ਸਤਨਾਮ ਵਾਹਿਗੁਰੂ ਸਾਹਿਬ ਜੀ। ਤੋ ਮੈਂ ਆਇਆ ਸਰਨੀ ਆਇਆ, ਭਰੋਸੈ ਆਇਆ, ਕਿਰਪਾ ਆਇਆ। ਜੋ ਪਾਵੈ ਤਿਉ ਰਾਖੋ ਸੁਆਮੀ, ਮਾਰਗ ਗੁਰਹਿ ਪਠਾਇਆ। ਫਰੀਦਾ ਦਰਿਆਵੈ ਕੰਨੈ ਬਗੁਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝਨੋ, ਅਚਿੰਤੇ ਬਾਝ ਪਏ। ਬਾਝ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ। ਜੋ ਮਨ ਚਿਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਇ। ਆਪਣਾ ਚਿਤਵਿਆ ਹਰਿ ਕਰੈ, ਜੋ ਮੇਰੇ ਚਿਤ ਨਾ ਹੋਏ। ਮਹੱਲਾ ਤੀਜਾ। ਚਿੰਤਾ ਪਿਆਪ ਕਰਾਏ ਸੀ, ਅਚਿੰਤ ਪਿਆਪੇ ਦੇ। ਨਾਨਕ ਸੋ ਸਾਲਾਹੀਐ, ਜੇ ਸਭਨਾ ਸਾਰ ਕਰੇ। ਮਹੱਲਾ ਪੰਜਵਾ। ਕਬੀਰ RAM ਨਾ ਚੇਤਿਓ, ਫਿਰਿਆ ਲਾਲਚ ਮਾਹਿ। ਪਾਪ ਕਰੰਤਾ ਮਰ ਗਿਆ, ਔਦ ਪੁਨੀ ਖਿਨ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਗੁਣ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਪਾਰ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਨਿਵਾਜਿਸ਼ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਕਾਰਥ ਕਰਨ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਆਪਣੇ ਮਨੁੱਖਾ ਜੀਵਨ ਦੇ ਅੰਤਰਗਤ ਆਪਣੇ ਜੀਵਨ ਦੀ ਸਭ ਤੋਂ ਅਮੋਲਕ ਕਰਮਸ਼ੀਲਤਾ ਦੇ ਸਿਲਸਿਲੇ ਨੂੰ ਧਾਰਨ ਕਰਦਿਆਂ
ਸ਼ਬਦ ਦੇ ਅਭਿਆਸ ਨਾਲ ਨਾਮ ਰਸੀ ਜੀਵਨ ਨੂੰ ਪ੍ਰਮੁੱਖਤਾ ਦੇ ਕੇ ਅਧਿਆਤਮਿਕ ਅਰਥਾਂ ਦੇ ਸਹਿਤ ਸਤਿਗੁਰੂ ਕੀ ਮਿਹਰਾਮਤ ਦੇ ਪਾਤਰ ਬਣਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਚਾਰ ਸ਼ਰਵਣ ਕਰਕੇ ਨਿਹਾਲ ਹੋ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਜੋ ਮੈਂ ਚਿਤਵਉ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕਾਂ ਵਿੱਚ ਨਿਵਾਜਿਸ਼ ਕੀਤੀ ਸੀ ਕਿ ਜਦ ਮਨੁੱਖ ਦੁਨਿਆਵੀ ਕਿਸਮ ਦੀ ਕੂੜਿਆਰੀ ਪ੍ਰੀਤ ਨੂੰ ਛੱਡ ਕੇ ਨਿਰੰਕਾਰ ਦੀ ਵਿਆਪਕ ਅਤੇ ਉਚੇਰੀ ਕਿਸਮ ਦੀ ਪ੍ਰੀਤ ਵਿੱਚ ਜਿਉਂਦਾ ਹੈ, ਉਹਦੇ ਲਈ ਆਪਣਾ ਸਾਰਾ ਕੁਝ ਅਰਪਣ ਵੀ ਕਰਦਾ ਹੈ, ਆਪਣੀ ਹਸਤੀ ਦੇ ਸਾਰੇ ਆਧਾਰਾਂ ਨੂੰ ਛੱਡ ਕੇ ਪ੍ਰਭੂ ਦਾ ਰੂਪ ਹੋ ਕੇ ਜਿਉਣ ਦਾ ਯਤਨ ਕਰਦਾ ਹੈ, ਜਾਂ ਉਹਦੀ ਖਲਕਤ ਦੇ ਉਹਨੂੰ ਖਾਲਕ ਦੇ ਰੂਪ ਦੇਖਦਿਆਂ ਹੋਇਆਂ ਜਦ ਉਹਦੇ ਲਈ ਪੂਰਾ ਦਾ ਪੂਰਾ ਸਮਰਪਿਤ ਹੋ ਜਾਂਦਾ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਣਜਾਣ ਕਿਸਮ ਦੇ ਲੋਕ ਵਰਜਦੇ ਹਨ, ਰੋਕਦੇ ਹਨ, ਅੜਚਨ ਪਾਉਂਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਰੱਬੀ ਪ੍ਰੀਤ ਵਾਲਿਆਂ ਦੇ ਹਿਰਦੇ ਅੰਦਰ ਇੰਨਾ ਅਥਾਹ ਵਿਸ਼ਵਾਸ ਅਸਗਾਹ ਬਲ ਹੁੰਦਾ ਹੈ ਕਿ ਕਿਸੇ ਕਿਸਮ ਦੀ ਦੁਨਿਆਵੀ ਅੜਚਨ ਉਹਨਾਂ ਦੀ ਪ੍ਰੀਤ ਦੇ ਸਿਲਸਿਲੇ ਨੂੰ ਮੱਧਮ ਨਹੀਂ ਪਾ ਸਕਦੀ। ਇਸੇ ਤਰ੍ਹਾਂ ਬਖਸ਼ਿਸ਼ ਕੀਤੀ ਸੀ ਕਬੀਰ ਕੋਠੇ ਮੰਡਪ ਹੇਤ ਕਰ, ਕਿ ਜਦੋਂ ਮਨੁੱਖ ਨੂੰ ਆਪਣੇ ਜੀਵਨ ਦੀ ਅਸਲੀਅਤ ਦਾ ਗਿਆਨ ਨਹੀਂ ਹੁੰਦਾ, ਉਹ ਆਪਣੇ ਸਰੀਰ ਦੀ ਨਾਸ਼ਵਾਨਤਾ ਨੂੰ, ਆਪਣੇ ਮਨੁੱਖਾ ਜੀਵਨ ਦੀ ਅਸਥਿਰਤਾ ਨੂੰ ਨਹੀਂ ਜਾਣਦਾ, ਤਾਂ ਉਹ ਧਰਤੀ 'ਤੇ ਬੜੀਆਂ ਲੰਮੀਆਂ ਫਸੀਲਾਂ ਵਾਲੇ ਮਕਾਨ ਬਣਾਉਂਦਾ ਹੈ, ਪਰ ਉਹਦੇ ਜੀਵਨ ਦੀ ਜਿਹੜੀ ਸਿਮਟਣ ਵਾਲਾ ਕਾਰਜ ਹੈ ਉਹ ਕੇਵਲ 3.5 ਪੌਣੇ ਹੱਥ 4 ਹੱਥ ਤੱਕ ਉਸ ਨੂੰ ਜਗ੍ਹਾ ਚਾਹੀਦੀ ਹੈ, ਅਗਰ ਉਹਨੇ ਕਬਰ ਰੂਪ ਦੇ ਵਿੱਚ ਵੀ ਲੈਣੀ ਹੈ। ਇਸ ਕਰਕੇ ਬਹੁਤਾ ਕੁਝ ਸੰਚਣ ਜਾਂ ਆਪਣਾ ਪਸਾਰ ਕਰਨ ਦੀ ਬਜਾਏ, ਆਪਣੀ ਹਸਤੀ ਦੇ ਭਾਵ ਨੂੰ ਵੱਡਿਆਂ ਕਰਨ ਦੀ ਬਜਾਏ, ਜਿਹੜੇ ਸੱਚ ਕੇਂਦਰਿਤ ਜੀਵਨ ਨਾਲ ਜੁੜ ਜਾਂਦੇ ਹਨ, ਉਹ ਆਪਣੇ ਖਿਲਾਰੇ ਨੂੰ, ਆਪਣੇ ਵਿਸਥਾਰ ਨੂੰ ਹੌਲੀ ਹੌਲੀ ਸਮੇਟਦੇ ਚਲੇ ਜਾਂਦੇ ਨੇ, ਕਿਉਂਕਿ ਦੇਹੀ ਦਾ ਨੇਮ ਉਹਨਾਂ ਨੂੰ ਇਹੀ ਸਿਖਾ ਰਿਹਾ ਹੁੰਦਾ ਹੈ ਕਿ ਦੇਹੀ ਪਹਿਲਾਂ ਪੂਰਨ ਜਲਾਓ 'ਤੇ ਆਈ, 5 ਤੱਤਾਂ ਦਾ ਜਲਾਓ ਬਣਿਆ, ਪੂਰਾ ਅਥਾਹ ਬਲ ਬਣਿਆ ਅਤੇ ਜੋਬਨ ਅਵਸਥਾ ਆ ਗਈ। ਪਰ ਜਿੱਦਣ ਜੋਬਨ ਅਵਸਥਾ ਦਾ ਸਿਖਰ ਵਾਪਰਿਆ, ਉਸ ਦਿਨ ਤੋਂ ਹੀ ਸਰੀਰ ਦਾ ਢਲਣਾ ਵੀ ਸ਼ੁਰੂ ਹੋ ਗਿਆ। ਇਸ ਕਰਕੇ ਜਿਤਨਾ ਵੀ ਸਾਡਾ ਬਾਹਰੀ ਜੀਵਨ ਦਾ ਖਿਲਾਰਾ ਹੈ, ਪਸਾਰ ਹੈ, ਵਿਥਾਰ ਹੈ, ਉਸ ਨੂੰ ਫਿਰ ਉਹ ਹੌਲੀ ਹੌਲੀ ਸਮੇਟਣਾ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ। ਕਬੀਰ ਜੋ ਮੈਂ ਚਿਤਵਉ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਜੋ ਮੈਂ ਚਿਤਵਉ, ਜੋ ਕੁਝ ਮੈਂ ਸੋਚਦਾ ਹਾਂ, ਚਿਤਵਦਾ ਹਾਂ, ਚਿੰਤਨ ਕਰਦਾ ਹਾਂ, ਨਾ ਕਰੈ। ਉਹ ਕਹਿੰਦੇ ਉਸ ਤਰ੍ਹਾਂ ਨਹੀਂ ਹੁੰਦਾ। ਅੱਗੇ ਆਖਦੇ ਹਨ ਕਿਆ ਮੇਰੇ ਚਿਤਵੇ ਹੋਏ। ਬੜੀ ਆਪਣੀ ਅਕਲ ਦੇ ਬਲ ਨਾਲ, ਆਪਣੀ ਸੂਝ-ਬੂਝ ਦੀ ਮਦਦ ਦੇ ਨਾਲ, ਆਪਣੀ ਸਿਆਣਪ ਦੀ ਭਰਪੂਰ ਵਰਤੋਂ ਕਰਦਿਆਂ, ਜੀਵਨ ਦੇ ਬੀਤੇ ਹੋਏ ਤਜਰਬਿਆਂ ਨੂੰ ਬਿਲਕੁਲ ਲਾਗੂ ਕਰਕੇ ਕਿਸੇ ਵਰਤਾਰੇ ਦੇ ਬਾਰੇ ਕੋਈ ਨਿਰਣਾ ਬਣਾਉਂਦਾ ਹਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਕਰੈ, ਉਹ ਕੁਝ ਉਵੇਂ ਵਾਪਰਦਾ ਨਹੀਂ। ਇਸ ਕਰਕੇ ਅੱਗੇ ਜ਼ਿਕਰ ਕਰਦੇ ਹਨ ਕਿਆ ਮੇਰੇ ਚਿਤਵੇ ਹੋਏ। ਜੇ ਬਹੁਤ ਜ਼ਿਆਦਾ ਸੋਚ ਵੀ ਲਵਾਂ, ਬੜੀ ਬਾਰੀਕ ਸੋਚ ਦੇ ਨਾਲ ਕਿਸੇ ਜੀਵਨ ਦੇ ਪੱਖ ਨੂੰ ਵਿਚਾਰ ਵੀ ਲਵਾਂ, ਅਤੇ ਉਹਦਾ ਕੋਈ ਨਿਸ਼ਚਿਤ ਸਿੱਟਾ ਵੀ ਕੱਢ ਲਵਾਂ, ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਮੇਰਾ ਇਸਤ ਕਰਨ ਨਾਲ ਕੀ ਹੋਣ ਵਾਲਾ ਹੈ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿੱਤ ਨਾ ਹੋਏ। ਪ੍ਰਭੂ ਆਪਣਾ ਚਿਤਵਿਆ ਕਰਦਾ ਹੈ, ਜੋ ਉਸ ਨੂੰ ਹੁਕਮ ਰੂਪ ਦੇ ਵਿੱਚ ਉਚਿਤ ਭਾਉਂਦਾ ਹੈ। ਪ੍ਰਭੂ ਉਹੀ ਕਰਮ ਧਰਤੀ 'ਤੇ ਕਰਦਾ ਹੈ। ਸਾਡੀ ਸਿਆਣਪ ਦੀਆਂ ਉਡਾਰੀਆਂ, ਸਾਡੀ ਅਕਲ ਦੇ ਤਕਾਜ਼ੇ, ਸਾਡੀ ਸੂਝ-ਬੂਝ ਦੇ ਜਿਹੜੇ ਬਾਰੀਕ ਪੈਮਾਨੇ ਹਨ, ਉਹ ਜਦੋਂ ਪ੍ਰਭੂ ਦਾ ਅਸਚਰਜ ਖੇਲ ਵਰਤਦਾ ਹੈ ਹੁਕਮ ਰੂਪ ਦੇ ਵਿੱਚ,
ਉਹਦੇ ਸਾਹਮਣੇ ਬੇਵੱਸ ਹੋ ਜਾਂਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪਣਾ ਚਿੱਤ ਵਿਆਹਰ ਕਰੈ। ਅਕਾਲ ਪੁਰਖ ਪ੍ਰਭੂ ਨੇ ਜਿਸ ਰਚਨਾ ਨੂੰ ਸ੍ਰਿਸ਼ਟੀ 'ਤੇ ਜਿਵੇਂ ਚਲਾਉਣਾ ਹੈ ਉਹ ਬਾਖੂਬੀ ਜਾਣਦਾ ਔਰ ਉਹ ਬਾਖੂਬੀ ਚਲਾ ਵੀ ਰਿਹਾ ਹੈ। ਇਸ ਕਰਕੇ ਕਹਿੰਦੇ ਜੋ ਮੇਰੇ ਚਿੱਤ ਨਾ ਹੋਏ, ਇਸ ਕਰਕੇ ਬਹੁਤ ਵਾਰੀ ਕਹਿੰਦੇ ਅਨੁਭਵ ਕੀਤਾ ਹੈ, ਜੋ ਕੁਝ ਮੈਂ ਚਿਤਵਿਆ, ਜਿਵੇਂ ਆਪਣੇ ਚਿਤਵਨ ਨੂੰ ਠੀਕ ਸਮਝਦੇ ਸਾਂ ਉਵੇਂ ਠੀਕ ਨਹੀਂ ਹੋਇਆ, ਕਿਸੇ ਹੋਰ ਰੂਪ ਦੇ ਵਿੱਚ ਉਸ ਤੋਂ ਵੀ ਅਧਿਕ ਵਧੀਆ ਹੋ ਗਿਆ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹੁਣ। ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਮਨੁੱਖ ਦੀ ਐਗਜ਼ਿਸਟੈਂਸ ਦੱਸੀ ਹੈ। ਜੋ ਮੈਂ ਚਿਤਵਉ, ਮਨੁੱਖ ਦੇ ਸੰਬੰਧ ਦੇ ਵਿੱਚ ਕਿਹਾ ਜਾਂਦਾ ਕਿ ਚਿੰਤਨਸ਼ੀਲ ਪ੍ਰਾਣੀ ਹੈ। ਸੋਚਣਾ, ਚੀਜ਼ਾਂ ਨੂੰ ਸਮਝਣਾ, ਉਹਨਾਂ ਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਨਿਰਣੇ ਕਰਨੇ ਮਨੁੱਖ ਦਾ ਕੁਦਰਤੀ ਸੁਭਾਅ ਹੈ। ਉਦਾਹਰਨ ਦੇ ਤੌਰ 'ਤੇ ਮਨੁੱਖ ਜੇ ਅੱਜ ਜੰਗਲ, ਜਿਵੇਂ ਚਾਰਲਿਸ ਡਾਰਵਿਨ ਦੀ ਥਿਊਰੀ ਆਫ ਐਵੋਲੂਸ਼ਨ ਹੈ, ਜੇ ਉਸ ਦੇ ਅੰਤਰਗਤ ਮਨੁੱਖ ਦੇ ਜੀਵਨ ਨੂੰ ਵਿਚਾਰੀਏ ਤਾਂ ਉਹ ਮੰਨਦਾ ਹੈ ਕਿ ਜੰਗਲੀ ਜੀਵਨ ਤੋਂ ਵਿਕਸਿਤ ਹੋ ਕੇ ਅੱਜ ਦੀ ਸੱਭਿਅਕ ਜਿਹੜਾ ਮਾਹੌਲ ਹੈ ਉੱਥੋਂ ਤੱਕ ਮਨੁੱਖ ਪੁੱਜਿਆ ਹੈ। ਤਾਂ ਯਕੀਨਨ ਹੈ ਮਨੁੱਖ ਨੇ ਆਪਣੇ ਚਿੰਤਨ ਦੇ ਨਾਲ ਇੱਥੋਂ ਤੱਕ ਦਾ ਸਫ਼ਰ ਤੈਅ ਕੀਤਾ ਕਿ ਹਰੇਕ ਚੀਜ਼ ਨੂੰ ਦੇਖਿਆ, ਉਹਦੇ ਸਾਰੇ ਪਸਾਰੇ ਨੂੰ ਬੁੱਝਿਆ, ਫਿਰ ਆਪਣੀ ਬੁੱਧੀ ਦੇ ਯਤਨ ਨਾਲ ਹੌਲੀ ਹੌਲੀ ਉਹਦੇ ਵਿੱਚ ਆਪਣੀ ਵਿਕਾਸਵਾਦੀ ਖਿਆਲ ਸ਼ਾਮਲ ਕਰਦਾ ਗਿਆ ਅਤੇ ਅੱਜ ਇਸ ਪੜਾਅ ਤੱਕ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਪੰਗਤੀ ਦੇ ਪਹਿਲੇ ਹਿੱਸੇ ਵਿੱਚ ਜੋ ਮੈਂ ਚਿਤਵਉ, ਮਨੁੱਖ ਦੀ ਐਗਜ਼ਿਸਟੈਂਸ ਦੱਸਦੇ ਹਨ, ਵਜੂਦ ਦੱਸਦੇ ਹਨ ਕਿ ਮਨੁੱਖ ਦਾ ਕੰਮ ਸੋਚਣਾ, ਚਿਤਵਣਾ ਹੈ। ਮਨੁੱਖ ਦਾ ਕੰਮ ਚੀਜ਼ਾਂ ਦੇ ਬਾਰੇ ਚਿੰਤਨਸ਼ੀਲ ਹੋਣਾ ਹੈ। ਪਰ ਅੱਗੇ ਇਹਦੇ ਵਿਚਲੀ ਜਿਹੜੀ ਅਧਿਆਤਮਿਕ ਨੁਕਤੇ ਤੋਂ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਹੋ, ਕਹਿੰਦੇ ਜੋ ਮੈਂ ਚਿਤਵਉ, ਜੀਵਨ ਦਾ ਕੋਈ ਵਰਤਾਰਾ ਲੈ ਲਓ। ਬਚਪਨ ਦੀ ਅਵਸਥਾ ਦਾ ਮਨੁੱਖ ਨੂੰ ਬੜੀ ਬੇਪਰਵਾਹੀ ਭਰਿਆ ਸੁੱਖ ਪ੍ਰਤੀਤ ਹੁੰਦਾ ਰਹਿੰਦਾ ਹੈ। ਇਸ ਕਰਕੇ ਮਨੁੱਖ ਆਪਣੇ ਜੀਵਨ ਦੀ ਸਭ ਤੋਂ ਅਮੋਲਕ ਅਵਸਥਾ ਵਿਵਹਾਰਕ ਪੱਖ ਤੋਂ, ਮਨ ਦੇ ਸਕੂਨ ਪੱਖ ਤੋਂ ਬਚਪਨ ਨੂੰ ਗਿਣਦਾ ਹੈ ਅਤੇ ਵਿਚਾਰ ਕਰਦਾ ਹੈ ਕਿ ਇਹ ਬਣਿਆ ਰਹੇ। ਪਰ ਉਦਾਹਰਨ ਦੇ ਤੌਰ 'ਤੇ ਉਹ ਅਵਸਥਾ ਜਿਹੜੀ ਹੈ ਹੱਥੋਂ ਨਿਕਲ ਜਾਂਦੀ ਹੈ। ਜੋਬਨ ਅਵਸਥਾ ਦੇ ਸਰੀਰ ਦੀ ਜੋਸ਼ ਇਤਨਾ ਭਰਪੂਰ ਹੁੰਦਾ ਹੈ ਕਿ ਜੀਵਨ ਦੇ ਵਿੱਚ ਦੁੱਖ ਵੀ ਨਹੀਂ ਲੱਗਦੇ। ਮਨੁੱਖ ਸੋਚਦਾ ਇਹ ਬਣੀ ਰਹੇ, ਪਰ ਉਹ ਵੀ ਅਵਸਥਾ ਗੁਜ਼ਰ ਜਾਂਦੀ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਮੈਂ ਚਿਤਵਉ, ਜੀਵਨ ਦੇ ਜਿਸ ਪੱਖ ਦੇ ਵਿੱਚ ਵੀ ਮੈਂ ਚਿੰਤਨ ਕਰਦਾ, ਜਿਹਦੇ ਬਾਰੇ ਵੀ ਸੋਚਣ ਲੱਗਦਾ ਹਾਂ, ਨਾ ਕਰੈ ਉਹ ਨਹੀਂ ਹੁੰਦਾ ਉਵੇਂ। ਕਿਆ ਮੇਰੇ ਚਿਤਵੇ ਹੋਏ, ਮੇਰੇ ਚਿਤਵਣ ਦੇ ਨਾਲ ਹੁਣ ਕੀ ਹੋਣ ਵਾਲਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਜੋ ਮੈਂ ਚਿਤਵਉ। ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਜੋ ਮੈਂ ਚਿਤਵਉ, ਉਹਦੇ ਵਿੱਚ ਜਿਹੜਾ ਮੈਂ ਸ਼ਬਦ ਹੈ ਉਹ ਸਾਨੂੰ ਸੰਕੇਤ ਕਰਦਾ ਹੈ ਕਿ ਜਦੋਂ ਮਨੁੱਖ ਵੇਖੋ ਸੋਚਣ ਦਾ ਕਾਰਜ, ਚਿੰਤਨ ਕਰਨ ਦਾ ਕਾਰਜ ਜਿਹੜਾ ਹੈ ਉਹ ਗਲਤ ਨਹੀਂ, ਉਹ ਕਿਸੇ ਨੁਕਤੇ ਤੋਂ ਵੀ ਗਲਤ ਨਹੀਂ। ਕਿਸੇ ਚੀਜ਼ ਬਾਰੇ ਸੋਚਣਾ, ਵਿਚਾਰ ਕਰਨੀ, ਉਹਦੇ ਬਾਰੇ ਗਹਿਰਾ ਚਿੰਤਨ ਕਰਨਾ, ਇਹ ਗਲਤ ਨਹੀਂ ਹੈ। ਪਰ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਮੈਂ ਚਿਤਵਉ, ਜਦੋਂ ਮਨੁੱਖ ਆਪਣੀ ਹੋਂਦ ਨੂੰ ਪ੍ਰਮੁੱਖ ਰੱਖ ਕੇ ਕਿਸੇ ਚੀਜ਼ ਬਾਰੇ ਸੋਚਦਾ ਹੈ, ਅਤੇ ਇਹਦਾ ਮਤਲਬ ਜਦੋਂ ਆਪਣੇ ਆਪ ਨੂੰ ਪ੍ਰਮੁੱਖ ਰੱਖ ਕੇ ਸੋਚ ਰਿਹਾ, ਮੈਂ ਦੇ ਵਿੱਚ ਲਿਮਟ ਵੀ ਹੈ ਅਤੇ ਮੈਂ ਦੇ ਵਿੱਚ ਪ੍ਰਭੂ ਤੋਂ ਵਿਛੜੇ ਹੋਣਾ ਵੀ ਹੈ, ਜਾਂ ਪ੍ਰਭੂ ਦੇ ਵਿਆਪਕਤਾ ਨੂੰ ਨਾ ਸਮਝਣਾ ਵੀ। ਇਸ ਕਰਕੇ ਕਹਿੰਦੇ ਜਦੋਂ ਮਨੁੱਖ ਦੀ ਆਈ ਕੰਮ ਕਰਦੀ ਹੈ, ਮੈਂ ਕੰਮ ਕਰਦੀ ਹੈ, ਉਸ ਮੈਂ ਦੇ ਤਹਿਤ ਉਹ ਜੋ ਕੁਝ ਸੋਚਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਹਰੇਕ ਮਨੁੱਖ ਨੂੰ ਆਪਣੇ ਜੀਵਨ ਦਾ ਸੁੱਖ ਚਾਹੀਦਾ ਹੈ, ਪਰ ਆਪਣੇ ਜੀਵਨ ਦਾ ਸੁੱਖ ਚਿਤਵਦਿਆਂ ਉਹ ਦੂਜਿਆਂ ਦੇ ਜੀਵਨ ਦੇ ਵਿੱਚ ਆਪਣੇ ਸੁੱਖ ਦੇ ਨਾਲ ਕਿੰਨਾ ਦੁੱਖ ਬਣੇਗਾ, ਇਹਦੀ ਕੋਈ ਚਿੰਤਾ ਨਹੀਂ ਕਰਦਾ। ਇਸ ਕਰਕੇ ਮੈਂ ਦੇ ਤਹਿਤ ਮਨੁੱਖ ਕੇਵਲ ਆਪਣੇ ਬਾਰੇ ਸੋਚਦਾ ਹੈ, ਪਰ ਮਾਲਕ ਦਾ ਜਾਂ ਹੁਕਮ ਨੂੰ ਬੁੱਝਾਂਗੇ ਤਾਂ ਉਹਦੇ ਵਿੱਚ ਕੀ ਰਮਜ਼ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ। ਸਾਨੂੰ ਆਪਣੇ ਜੀਵਨ ਦਾ ਹੱਦ ਤੋਂ ਹੱਦ, ਆਪਣੇ ਪਰਿਵਾਰ ਦਾ ਹੱਦ ਤੋਂ ਹੱਦ, ਆਪਣੇ ਮੁਹੱਲੇ ਦਾ, ਨਗਰ ਦਾ, ਵੱਧ ਤੋਂ ਵੱਧ ਆਪਣੇ ਰਾਜ ਦੇ ਲੋਕਾਂ ਦੀ ਚਿੰਤਾ ਹੋਏਗੀ, ਉੱਤੇ ਬਾਰੇ ਬਹੁਤ ਵਿਸ਼ਾਲ ਸੋਚ ਸਕਦੇ ਹਾਂ। ਪਰ ਸਾਰੀ ਸ੍ਰਿਸ਼ਟੀ ਨੂੰ ਰਿਜ਼ਕ ਜਾਂ ਸਾਰੇ ਰੂਪਾਂ ਦੇ ਵਿੱਚ ਪ੍ਰਤਪਾਲਣਾ ਕਰਨ ਦਾ ਜਿਹੜਾ ਜ਼ਿੰਮੇਵਾਰੀ ਹੈ ਜਾਂ ਜਿਹਦਾ ਕਰਮ ਹੈ ਉਹ ਅਕਾਲ ਪੁਰਖ ਦਾ। ਇਸ ਕਰਕੇ ਜਦੋਂ ਮਨੁੱਖ ਆਪਣੀ ਮੈਂ ਦੇ ਤਲ 'ਤੇ ਸੋਚਦਾ ਹੈ ਤਾਂ ਇਹ ਛੋਟਾ ਸੋਚਦਾ ਹੈ,
ਇਹ ਸਮਝਦਾ ਹੈ ਕਿ ਮੇਰੇ ਜੀਵਨ 'ਚ ਭਰਪੂਰਤਾ, ਆਨੰਦ ਸਹਿਜ ਹੋਣਾ ਚਾਹੀਦਾ ਹੈ। ਉਸ ਆਨੰਦ ਨੂੰ ਪੈਦਾ ਕਰਨ ਦੇ ਲਈ ਦੂਜੇ ਦੇ ਜੀਵਨ 'ਚ ਕਿੰਨਾ ਦੁੱਖ ਪੈਦਾ ਹੋਏਗਾ, ਇਸ ਗੱਲ ਦੀ ਚਿੰਤਾ ਮਨੁੱਖ ਨਹੀਂ ਕਰਦਾ, ਜਾਂ ਇਸ ਗੱਲ ਬਾਰੇ ਉਹਦੀ ਬੁੱਧੀ ਕੰਮ ਹੀ ਨਹੀਂ ਕਰਦੀ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਮੈਂ ਚਿਤਵੋ। ਇਹਦੇ ਵਿੱਚ ਇੱਕ ਹੋਰ ਭਾਵ ਇਹ ਹੈ, ਦੇਖੋ ਸਾਡਾ ਜੀਵਨ ਬਣਿਆ, ਜੀਵਨ ਦੇ ਬੜੇ ਵਰਤਾਰਿਆਂ ਨੇ ਸਾਡੀ ਬੁੱਧੀ ਦੇ ਤਕਾਜ਼ੇ ਨੂੰ ਜਿਹੜਾ ਹੈ ਸਿਫਰ ਸਾਬਤ ਕੀਤਾ ਹੈ। ਬਹੁਤ ਵਾਰੀ ਜੀਵਨ ਦੇ ਤਕਾਜ਼ੇ, ਜੀਵਨ ਦੇ ਕਈ ਵਰਤਾਰੇ ਸਾਨੂੰ ਜਿਹੜੇ ਹਨ ਸਾਡੀ ਬੁੱਧੀ ਦੇ ਬਣੇ ਹੋਏ ਅਨੁਭਵ ਨੂੰ ਬੇਵੱਸ ਕਰ ਦਿੰਦੇ ਹਨ। ਉਹਦਾ ਕਾਰਨ ਕੀ ਹੈ ਕਿ ਜੋ ਮੈਂ ਚਿਤਵੋ। ਹੁਣ ਉਦਾਹਰਨ ਦੇ ਤੌਰ 'ਤੇ ਜੇ ਅਸੀਂ ਤਰਕ ਦੇ ਹਿਸਾਬ ਨਾਲ ਚੱਲੀਏ ਜੀਵਨ 'ਚ, ਤਰਕ ਕਹਿੰਦਾ ਹੈ ਕਿ ਜਿਤਨੇ ਕਦਮ ਤੁਸੀਂ ਚੱਲਣ ਲਈ ਅੱਗੇ ਨੂੰ ਗਏ, ਉਤਨੇ ਕਦਮ ਚੱਲੋਗੇ ਤੇ ਪਿੱਛੇ ਆਓਗੇ। ਇਹ ਤਰਕ ਦੀ ਇੱਕ ਵਿਧਾਨ ਹੈ। ਪਰ ਇਹਦੇ ਉਲਟ ਇੱਕ ਹੋਰ ਰੂਪ ਵੀ ਚੱਲਦਾ ਹੈ। ਇਹਦਾ ਭਾਵ ਹੈ ਕਿ ਕਿਸੇ ਕਮਰੇ ਦੇ ਵਿੱਚ ਅਗਰ ਹਜ਼ਾਰਾਂ ਵਰਸ਼ਾਂ ਤੋਂ ਹਨੇਰਾ ਹੈ, ਕੀ ਉਸ ਹਨੇਰੇ ਨੂੰ ਕੱਢਣ ਦੇ ਲਈ ਹਜ਼ਾਰਾਂ ਵਰਸ਼ ਲੱਗਣਗੇ? ਯਕੀਨਨ ਨਹੀਂ ਲੱਗਣਗੇ। ਉੱਥੇ ਜਦੋਂ ਹੀ ਰੌਸ਼ਨੀ ਬਾਲੀ ਜਾਏਗੀ, ਹਨੇਰਾ ਦੂਰ ਹੋ ਜਾਏਗਾ। ਇਸ ਕਰਕੇ ਸਾਡੀ ਚਿਤਵਣੀ ਜਿਹੜੀ ਹੈ ਉਹ ਸੀਮਾ ਵਿੱਚ ਚੱਲਦੀ ਹੈ। ਅਤੇ ਚਿਤਵਣੀ ਦੇ ਵਿੱਚ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਮੈਂ ਸ਼ਬਦ ਵਿੱਚ ਰੱਖਿਆ ਕਿ ਜਦੋਂ ਮੈਂ ਚਿਤਵੈ, ਕਿ ਜਿਸ ਤਰਫ ਮੈਂ ਚਿਤਵਦਾ, ਹੁਣ ਸਾਡੇ ਚਿਤਵਣ ਦਾ ਕਾਰਨ ਕੀ ਹੈ। ਉਦਾਹਰਨ ਦੇ ਤੌਰ 'ਤੇ ਅਸੀਂ ਜਿੱਥੇ ਵੀ ਰਹਿੰਦੇ ਹਾਂ, ਜੇ ਬੜੀ ਗੌਰ ਨਾਲ ਜਾਣਿਆ ਜਾਵੇ ਤਾਂ ਸਾਨੂੰ ਆਪਣੇ ਪਰਿਵਾਰ ਦੀਆਂ ਮੁਕੰਮਲ ਇੱਛਾਵਾਂ ਦਾ, ਮੁਕੰਮਲ ਲੋੜਾਂ ਦਾ, ਜਾਂ ਮੁਕੰਮਲ ਜਿਹੜੀਆਂ ਕਾਮਨਾਵਾਂ ਨੇ ਉਹਨਾਂ ਦਾ ਵੀ ਗਿਆਨ ਜਾਂ ਪਤਾ ਨਹੀਂ ਹੁੰਦਾ। ਪਰ ਅਕਾਲ ਪੁਰਖ ਸਿਰਜਣਹਾਰ, ਇਸ ਕਰਕੇ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਜੋ ਮੈਂ ਚਿਤਵਾਓ, ਜਦੋਂ ਮਨੁੱਖ ਮੈਂ ਦੇ ਤਹਿਤ ਪੈ ਕੇ ਚਿਤਵਦਾ ਹੈ ਤੇ ਹੁਣ ਧਰਤੀ ਦਾ ਦਾਇਰਾ ਤਾਂ ਵਸੀਹ ਹੈ। ਸੋਚਣ ਵਾਲਾ ਜਿਹੜਾ ਕਰ ਰਿਹਾ ਹੈ, ਉਦਾਹਰਨ ਦੇ ਤੌਰ 'ਤੇ ਦੇਖੋ ਕਰੋੜਾਂ ਮਨੁੱਖ ਨੇ, ਖਰਬਾਂ ਮਨੁੱਖ ਨੇ ਧਰਤੀ ਦੇ ਉੱਪਰ। ਖਰਬਾਂ ਮਨੁੱਖਾਂ ਦੇ ਵਿੱਚ ਕਿਤਨੇ ਦੇਸ਼ ਨੇ, ਅਤੇ ਉਹਨਾਂ ਦੇਸ਼ਾਂ ਦੇ ਵਿੱਚ ਇੱਕ ਸਾਡਾ ਦੇਸ਼, ਛੋਟਾ ਜਿਹਾ ਸਾਡਾ ਨਗਰ, ਅਤੇ ਉੱਥੇ ਅਸੀਂ ਇੱਕ ਬੰਦਾ ਪੂਰੇ ਬ੍ਰਹਿਮੰਡ ਨੂੰ ਦੇਖ ਤਾਂ ਸਕਦਾ, ਜਿਵੇਂ ਆਪਣੀ ਅਸੀਂ ਅੱਖ ਦੇ ਨਾਲ ਸੂਰਜ ਨੂੰ ਜਾਂ ਹੋਰ ਚੰਦਰਮਾ ਨੂੰ ਦੇਖਦੇ ਹਾਂ। ਪੂਰੇ ਬ੍ਰਹਿਮੰਡ ਨੂੰ ਦੇਖ ਤਾਂ ਸਕਦੇ ਹਾਂ, ਪਰ ਬ੍ਰਹਿਮੰਡ ਦੇ ਹਰੇਕ ਕਿਣਕੇ ਦੇ ਅੰਦਰ ਕਿਹੋ ਜਿਹਾ ਜੀਵਨ ਚੱਲ ਰਿਹਾ ਹੈ, ਸਾਡੀ ਸੋਚ ਇੱਥੋਂ ਤੱਕ ਨਹੀਂ ਜਾ ਸਕਦੀ। ਇਹ ਉਦੋਂ ਹੋ ਸਕਦੀ ਜਦੋਂ ਅਸੀਂ ਪ੍ਰਭੂ ਜੀ ਦੇ ਅਭੇਦ ਹੋ ਜਾਵਾਂਗੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਮੈਂ ਚਿਤਵਾਓ, ਜੋ ਕੁਝ ਚਿਤਵਦੇ ਹਾਂ, ਦੇਖਿਆ ਹੈ ਕਿ ਉਹਦੇ ਵਿੱਚੋਂ ਫਿਰ ਸੀਮਾਗਤ ਹੋ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਕੁਝ ਚਿਤਵਿਆ ਉਵੇਂ ਨਹੀਂ ਚੱਲਦਾ। ਇਸ ਕਰਕੇ ਜਦੋਂ ਬੰਦਾ ਮੈਂ ਦੇ ਤਹਿਤ ਕੁਝ ਚਿਤਵਦਾ, ਸੋਚਦਾ ਹੈ, ਇਹਦਾ ਮਤਲਬ ਹੈ ਕਿ ਉਹਦੀ ਮੈਂ ਪ੍ਰਭੂ ਦੀ ਵਿਆਪਕਤਾ ਨੂੰ ਰੱਦ ਕਰ ਦਿੰਦੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਪ੍ਰਤਪਾਲਣਾ ਦੇ ਨੁਕਤੇ ਤੋਂ ਮਾਤਾ ਪਿਤਾ ਸਮਝ ਲੈਂਦਾ ਮੈਂ ਪ੍ਰਤਪਾਲਣਾ ਕਰਦਾ ਹਾਂ, ਪਰ ਉਹ ਇਸ ਗੱਲ ਤੋਂ ਅਣਜਾਣ ਹੋ ਜਾਂਦਾ ਹੈ ਕਿ ਜਿਸ ਜੀਵ ਨੂੰ ਭੇਜਿਆ ਹੈ, ਇਸ ਜੀਵ ਦੇ ਅੰਦਰ ਉਹਨੇ ਬੁੱਧੀ ਵੀ ਪਾਈ ਹੈ ਅਤੇ ਇਹਦੀ ਦੇਹ 'ਚ ਤਾਣ ਵੀ ਪਾਇਆ ਹੈ। ਇਹ ਆਪਣੀ ਬੁੱਧੀ ਅਤੇ ਤਾਣ ਦਾ ਪ੍ਰਯੋਗ ਕਿਸੇ ਵੀ ਰੂਪ ਦੇ ਵਿੱਚ ਕਰ ਲਏਗਾ ਅਤੇ ਇਹਦੇ ਜੀਵਨ ਦਾ ਗੁਜ਼ਰ ਬਸਰ ਨਿਰਬਾਹ ਦਾ ਸਿਲਸਿਲਾ ਆਪਣੇ ਆਪ ਚੱਲਦਾ ਜਾਏਗਾ। ਇਸ ਕਰਕੇ ਜਦੋਂ ਮੈਂ ਦੇ ਤਹਿਤ ਬੰਦਾ ਸੋਚਦਾ ਹੈ, ਉਦੋਂ ਪ੍ਰਭੂ ਦੀ ਵਿਆਪਕਤਾ ਨੂੰ, ਉਹਦੀ ਮੌਜੂਦਗੀ ਨੂੰ, ਉਹਦੇ ਕਿਰਪਾ ਸਰੂਪ ਨੂੰ ਰਿਜੈਕਟ ਕਰ ਦਿੰਦਾ। ਉਹ ਸਮਝਦਾ ਨਹੀਂ ਕਿ ਧਰਤੀ 'ਤੇ ਕੋਈ ਮਿਹਰ ਕਰਨ ਵਾਲਾ, ਉਹ ਸਮਝਦਾ ਕਿ ਮੈਂ ਹਾਂ, ਮੈਂ ਹੀ ਇਹ ਕੁਝ ਕਰ ਸਕਦਾ ਹਾਂ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਮੈਂ ਚਿਤਵਾਓ ਨਾ ਕਰੈ, ਉਹ ਕੁਝ ਨਹੀਂ ਹੁੰਦਾ ਜਿਹੜਾ ਕੁਝ ਵੀ ਚਿਤਵਿਆ ਹੈ। ਇਸ ਕਰਕੇ ਇਹਦਾ ਪਹਿਲਾ ਪੱਖ ਰੱਖਿਆ ਸੀ ਕਿ ਜੀਵਨ ਦੀ ਅਵਸਥਾ ਦੇ ਬਾਰੇ। ਅਸੀਂ ਚਾਹੁੰਦੇ ਹਾਂ ਅੱਜ ਸਾਡਾ ਜੀਵਨ ਅਰੋਗ ਹੈ, ਕਿਸੇ ਤਰ੍ਹਾਂ ਦੇ ਸੰਕਟ ਤੋਂ, ਸਭ ਤਰ੍ਹਾਂ ਦੇ ਸੰਕਟਾਂ ਤੋਂ ਮੁਕਤ ਹੈ। ਸਾਨੂੰ ਲੱਗਦਾ ਇਹ ਜੀਵਨ ਇੰਝ ਬਣਿਆ ਰਹੇ, ਜੀਵਨ ਸਕੂਨ ਬਣਿਆ ਰਹੇ, ਪਰ ਯਕੀਨਨ ਹੈ ਅਗਲੇ ਪਲ ਦੀ ਹਾਲਤ ਕੀ ਹੋਵੇਗੀ। ਅਸੀਂ ਤਾਂ ਸੋਚ ਰਹੇ ਹਾਂ ਕਿ ਅੱਜ ਸਾਰਾ ਦਿਨ ਬੜਾ ਆਨੰਦਦਾਇਕ ਬੀਤ ਜਾਏ, ਇੱਦਾਂ ਦਿਨ ਜੋ ਚੜ੍ਹਿਆ ਹੈ ਆਨੰਦਦਾਇਕ ਬੀਤ ਜਾਏ, ਕਿਸੇ ਪਾਸੋਂ ਬੁਰੀ ਖਬਰ ਸੁਣਨ ਨੂੰ ਨਾ ਮਿਲੇ, ਸਾਨੂੰ ਕੋਈ ਕਿਸੇ ਤਰੀਕੇ ਨਾਲ ਦੁਖਤ ਨਾ ਕਰੇ, ਅਸੀਂ ਨਾ ਕਰੀਏ, ਇੰਝ ਦਾ ਅਸੀਂ ਸੋਚਦੇ ਹਾਂ। ਪਰ ਯਕੀਨਨ ਹੈ ਇੱਕ ਪੂਰਾ ਦਿਨ ਤਾਂ ਕੀ, 1 ਘੰਟੇ ਦਾ ਵੀ ਅਸੀਂ ਇਸ ਗੱਲ ਦਾ ਪੂਰਾ ਨਿਸ਼ਚਿਤ ਦਾਅਵਾ ਨਹੀਂ ਕਰ ਸਕਦੇ ਕਿ ਅਸੀਂ ਅਗਲੇ ਪਲ ਦੇ ਵਿੱਚ ਕੀ ਹੋਵਾਂਗੇ ਜਾਂ ਸਾਡੀ ਮਨੋ ਅਵਸਥਾ ਕੀ ਹੋਵੇਗੀ। ਇਸ ਕਰਕੇ ਆਪਣੇ ਸੋਚਣ ਦੀ ਲੜੀ ਨੂੰ ਇੱਕ ਪਲ ਤੋਂ
ਇੱਕ ਮਿੰਟ ਤੋਂ ਅੱਗੇ ਘੰਟਿਆਂ ਤੋਂ ਅੱਗੇ ਕਈ ਸਾਲਾਂ ਤੱਕ ਲੈ ਜਾਣਾ। ਇਹਦਾ ਮਤਲਬ ਹੈ ਕਿ ਮਨੁੱਖ ਇੱਥੇ ਵੀ ਇੱਕ ਗਲਤੀ ਕਰ ਰਿਹਾ। ਜਿਵੇਂ ਰੁੱਤਾਂ ਤਿੱਤਾਂ ਦਾ, ਪ੍ਰਕਿਰਤੀ ਦਾ ਵਹਿਣ ਇੱਕੋ ਜਿਹਾ ਨਹੀਂ ਹੈ। ਹੁਣ ਉਦਾਹਰਨ ਦੇ ਤੌਰ 'ਤੇ ਜੇ ਪ੍ਰਕਿਰਤੀ ਇੱਕੋ ਜਿਹੀ ਨਹੀਂ ਹੈ ਤਾਂ ਫਿਰ ਮਨੁੱਖ ਜਿਹੜਾ ਉੱਥੇ ਬਹਿ ਕੇ ਸੋਚ ਰਿਹਾ, ਉਹਦੇ ਸੋਚਣ ਦੀ ਇੱਕ ਲੰਮੇ ਸਮੇਂ ਤੱਕ ਉਹੋ ਜਿਹੀ ਇਕਸਾਰਤਾ ਬਣੀ ਰਹੇ, ਇਸ ਗੱਲ ਦੀ ਕੀ ਗਾਰੰਟੀ। ਉਦਾਹਰਨ ਦੇ ਤੌਰ 'ਤੇ ਮਨੁੱਖ ਨੇ ਜਿਵੇਂ ਵਰਤਮਾਨ ਸਮੇਂ 'ਚ ਮੌਸਮ ਦੇ ਤਲ 'ਤੇ ਮਨੁੱਖ ਨੇ ਕੁਝ ਜਾਣਨ ਬੁੱਝਣ ਦੇ ਪੈਮਾਨੇ ਬਣਾ ਲਏ ਨੇ, ਪਰ ਬੜੀ ਵਾਰੀ ਉਸ ਗਲਤ ਸਾਬਤ ਹੋ ਜਾਂਦੇ ਨੇ। ਗਲਤ ਸਾਬਤ ਹੋਣ ਦਾ ਅਰਥ ਕੀ ਹੈ ਕਿ ਸਿਰਫ ਜਿੰਨਾ ਇਹਦੀ ਅਕਲ 'ਚ ਗਿਆਨ ਆਇਆ, ਅਤੇ ਅਕਲ ਦੀ ਵੀ ਲਿਮਟ ਹੈ। ਭਾਵੇਂ ਇਹਨੇ ਯੰਤਰ ਬਣਾਏ ਨੇ, ਆਕਾਸ਼ ਦੇ ਵਿੱਚ ਫਿੱਟ ਕੀਤੇ ਹੋਏ ਨੇ, ਪਰ ਉਹਦੀ ਵੀ ਇੱਕ ਲਿਮਟ ਹੈ। ਉਸ ਤੋਂ ਪਰਾਂ ਕੀ ਵਾਪਰਿਆ? ਉਦਾਹਰਨ ਦੇ ਤੌਰ 'ਤੇ ਕਈ ਵਾਰੀ ਬੇਵਕਤਾ ਮੀਂਹ ਪੈਂਦਾ, ਸਾਨੂੰ ਲੱਗਦਾ ਕਿ ਮੌਸਮ ਅਨੁਸਾਰ ਮੀਂਹ ਨਹੀਂ ਹੈ, ਪਰ ਜੇ ਬੜੀ ਬਾਰੀਕੀ ਨਾਲ ਬੁੱਝਾਂਗੇ ਤਾਂ ਸਮਝ ਆਉਂਦੀ ਹੈ ਕਿ ਬਬੀਹੇ ਵਰਗੇ ਪੰਛੀ ਜਿਹੜੇ ਧਰਤੀ ਦੀ ਹੇਠਲੀ ਸਤ੍ਹਾ ਤੋਂ ਜਲ ਨਹੀਂ ਪੀ ਸਕਦੇ, ਉਹਨਾਂ ਦੀ ਪਿਆਸ ਨੂੰ ਬੁਝਾਉਣ ਦਾ ਕਰਮ ਵੀ ਪ੍ਰਭੂ ਦਾਤਾਰ ਨੇ ਕਰਨਾ ਹੈ। ਇਸ ਕਰਕੇ ਜਦੋਂ ਉਹਦੀ ਲੋੜ ਭਾਸਦੀ ਹੈ, ਉਹ ਵਰਖਾ ਅਵੱਸ਼ ਕਰਦਾ ਹੈ, ਕਿਉਂਕਿ ਉਹਨੇ ਉਸ ਜੀਵ ਨੂੰ ਰਚਿਆ ਹੈ। ਪਰ ਸਾਡੀ ਸਹੂਲਤ ਆਖਦੀ ਹੈ ਕਿ ਨਹੀਂ, ਇਸ ਸਮੇਂ ਦੇ ਵਿੱਚ ਵਰਖਾ ਦੀ ਲੋੜ ਨਹੀਂ ਸੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਮੈਂ ਚਿਤਵੋ ਨਾ ਕਰੈ, ਜੋ ਕੁਝ ਚਿਤਵਦਾ ਉਹ ਨਹੀਂ ਹੁੰਦਾ। ਇਸ ਕਰਕੇ ਮਨੁੱਖ ਦੇ ਸੋਚਣ ਦੀ ਸਮਰੱਥਾ ਦੀ ਇੱਕ ਸੀਮਾ ਹੈ, ਅਤੇ ਉਹ ਦੂਜੀ ਗੱਲ ਜਦੋਂ ਮੈਂ ਆ ਜਾਂਦੀ ਹੈ, ਉਦੋਂ ਮਨੁੱਖ ਪ੍ਰਭੂ ਦੇ ਸਾਰੇ ਹੀ ਸਰੂਪ ਨੂੰ ਰੱਦ ਕਰ ਦਿੰਦਾ। ਉਹ ਸਮਝਦਾ ਨਹੀਂ ਕੋਈ ਪਰਮ ਸਿਰਜਣਹਾਰ ਹੈ। ਇਸੇ ਨੁਕਤੇ ਦੇ ਅੰਤਰਗਤ ਇੱਕ ਖਿਆਲ ਆਪਦੇ ਸਨਮੁਖ ਰੱਖਦੇ ਹਾਂ। ਚਿੰਤਾ ਦੇ ਸੰਬੰਧ ਵਿੱਚ ਗੱਲ ਚੱਲ ਰਹੀ, ਚਿੰਤਨ ਦੇ ਸੰਬੰਧ ਵਿੱਚ ਤਾਂ ਬਾਣੀ ਦੇ ਵਿੱਚ ਵਾਕ ਚਿੰਤਾ ਦੋ ਪ੍ਰਕਾਰ ਦੀ ਹੁੰਦੀ ਹੈ। ਹੁਣ ਭਗਤ ਕਬੀਰ ਸਾਹਿਬ ਨੇ ਕਿਹਾ ਚਿਤਵੋ। ਚਿੱਤ ਦਾ ਭਾਵ ਹੈ ਜਿਹੜਾ ਸੋਚਣ ਦਾ, ਸਮਝਣ ਦਾ ਕੰਮ ਕਰਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਇਹ ਮਨੁੱਖ ਦੀ ਸਮਰੱਥਾ ਜਿਹੜੀ ਇਹਦੇ ਜੀਵਨ ਵਿੱਚ ਇਹਨੂੰ ਚਲਾਉਣ ਯੋਗ ਹੈ, ਪਰ ਜਦੋਂ ਇਹਦੀ ਅਧਿਕ ਵਰਤੋਂ ਕਰਨ ਲੱਗ ਪੈਂਦੇ ਹਾਂ ਤਾਂ ਇਹ ਬੜੇ ਕੁਝ ਨੂੰ ਆਪਣੇ ਆਪ ਨਾਲ ਜੋੜਨ ਲੱਗ ਪੈਂਦੀ ਹੈ। ਫਿਰ ਜਦੋਂ ਬਹੁਤ ਜ਼ਿਆਦਾ ਸੂਚਨਾ ਦਾ ਭੰਡਾਰ ਇੱਕੋ ਨੁਕਤੇ ਨੂੰ ਲੈ ਕੇ ਸਾਡੀ ਬੁੱਧੀ ਅੰਦਰ ਬਣ ਜਾਂਦਾ ਹੈ, ਉਸ ਸਮੇਂ ਜਿਹੜਾ ਚਿੱਤ ਜਦੋਂ ਇਕਾਗਰ ਹੁੰਦਾ ਹੈ, ਜਦੋਂ ਉਹਦੇ ਅੰਦਰ ਕੋਈ ਬਾਹਰੀ ਪ੍ਰਭਾਵ ਨਹੀਂ ਹੁੰਦਾ, ਉਹ ਇਕੱਲਾ ਚਿੱਤ ਹੁੰਦਾ ਹੈ। ਜਦੋਂ ਬੜੀਆਂ ਚੀਜ਼ਾਂ ਦੇ ਬਾਰੇ ਸੋਚ ਕੇ ਉਹਨਾਂ ਦੇ ਨਿਰਣੇ ਇਕੱਠੇ ਕਰ ਲੈਂਦੇ ਹਾਂ ਜਾਂ ਆਪਣੇ ਸਿੱਟੇ ਕੱਢਣ ਲੱਗ ਪੈਂਦੇ ਹਾਂ, ਤਾਂ ਉਹ ਚਿੱਤ ਦਾ ਜਿਹੜਾ ਕਾਰਜਸ਼ੀਲ ਹੋਣਾ ਹੈ, ਉਹ ਚਿੰਤਾ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਕਰਕੇ ਚਿੰਤਾ ਨੂੰ ਦੋ ਤਰ੍ਹਾਂ ਦੀ ਕੈਟਾਗਰੀਆਂ ਦੇ ਵਿੱਚ ਵਿਦਵਾਨਾਂ ਨੇ ਵੰਡਿਆ। ਇੱਕ ਹੈ ਪ੍ਰਤੱਖਣ ਚਿੰਤਾ, ਇੱਕ ਹੈ ਮਨੋਕਲਪਿਤ ਚਿੰਤਾ। ਉਦਾਹਰਨ ਦੇ ਤੌਰ 'ਤੇ ਕੋਈ ਮਨੁੱਖ ਕੋਈ ਤੇਜ਼ਧਾਰ ਹਥਿਆਰ ਲੈ ਕੇ ਸਾਡੇ ਸਨਮੁਖ ਆ ਗਿਆ, ਸਾਡੇ ਘਰ ਦੀ ਦਹਿਲੀਜ਼ ਉਲੰਘ ਆਇਆ ਹੈ, ਸਾਨੂੰ ਮਾਰਨ ਦਾ ਯਤਨ ਕਰਦਾ ਹੈ। ਇਸ ਨੂੰ ਦੇਖ ਕੇ ਚਿੰਤਾ ਪੈਦਾ ਹੋਣੀ ਸੁਭਾਵਿਕ ਹੈ ਕਿ ਸਾਹਮਣੇ ਸਾਡੇ ਜੀਵਨ ਦਾ ਨੁਕਸਾਨ ਕਰਨ ਦੇ ਲਈ ਕੋਈ ਸ਼ਖਸ ਆ ਰਿਹਾ। ਪਰ ਦੂਜੇ ਤਰਫ ਕੇਵਲ ਬੈਠੇ ਰਹਿਣਾ, ਆਪਣੇ ਕਿਸੇ ਦੇ ਨਾਲ ਕੋਈ ਤਣਾਅ ਹੋਇਆ ਹੈ, ਉਹ ਤਣਾਅ ਕੋਈ ਬਹੁਤਾ ਵੱਡਾ ਨਹੀਂ ਹੈ, ਉਸ ਤਣਾਅ ਦੇ ਨਾਲ ਇੱਕ ਇੱਕ ਕਾਰਨ ਦੀ ਲੜੀ ਜੋੜ ਕੇ ਇਸ ਸਿੱਟੇ 'ਤੇ ਪੁੱਜ ਜਾਣਾ ਕਿ ਜਿਹਦੇ ਨਾਲ ਮੇਰਾ ਤਣਾਅ ਹੋਇਆ ਉਹ ਮੈਨੂੰ ਹਰ ਵੇਲੇ ਮਾਰਨ ਦੀ ਤਾਕ ਵਿੱਚ ਹੈ। ਇਹਨੂੰ ਕਹਿੰਦੇ ਨੇ ਮਨੋਕਲਪਿਤ ਚਿੰਤਾ। ਇਸ ਚਿੰਤਾ ਦੇ ਵਿੱਚ ਅਧਿਕ ਦੁਨੀਆ ਗ੍ਰਸਤ ਰਹਿੰਦੀ ਹੈ। ਪ੍ਰਤੱਖਣ ਚਿੰਤਾ ਬਹੁਤ ਘੱਟ ਨੂੰ ਹੈ, ਮਨੋਕਲਪਿਤ ਚਿੰਤਾ ਦੇ ਵਿੱਚ ਬਹੁਤ ਦੁਨੀਆ ਭਰਮ ਰਹੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਮੈਂ ਚਿਤਵੋ। ਜਦੋਂ ਇਸ ਕਰਕੇ ਪ੍ਰਭੂ ਦੇ ਵਿਆਪਕ ਸਰੂਪ ਨੂੰ ਸਮਝੇਗਾ, ਉਦੋਂ ਕੋਈ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਮੈਂ ਚਿਤਵੋ ਨਾ ਕਰੈ, ਜੋ ਕੁਝ ਚਿਤਵਿਆ ਹੈ ਉਹ ਨਹੀਂ ਕਰਦਾ। ਬਾਣੀ 'ਚ ਵਾਕ ਆਉਂਦੇ ਨੇ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਯਤਨ ਕੀਤਾ ਕਿ ਸ਼ਾਮ ਨੂੰ ਵੇਲੇ ਜਿਹੜਾ ਹੈ ਪੱਛਮ ਨੂੰ ਜਾਣਾ ਹੈ, ਉੱਧਰ ਆਪਣਾ ਕੋਈ ਕੰਮ ਹੈ, ਪਰ ਕਹਿੰਦੇ ਐਸੀ ਬਿਧ ਬਣੀ ਪੂਰਬ ਹੀ ਲੈ ਜਾਤ। ਪਤਾ ਨਹੀਂ ਕਦੋਂ ਪੂਰਬ ਦੀ ਤਰਫ ਮੁੜ ਗਏ, ਉੱਥੇ ਜਾ ਕੇ ਪਤਾ ਲੱਗਿਆ ਕਿ ਪੂਰਬ ਦੀ ਤਰਫ ਆ ਗਏ। ਇਸੇ ਤਰ੍ਹਾਂ ਕਈ ਵਾਰੀ ਬੰਦੇ ਦੀਆਂ ਸੋਚਾਂ ਦਾ ਬਣਾਇਆ ਹੋਇਆ ਜਿਹੜਾ ਸੰਸਾਰ ਹੈ, ਉਹ ਪ੍ਰਭੂ ਦੀ ਇੱਕ ਕਰਨੀ ਦੇ ਨਾਲ ਹੀ ਢਹਿ ਜਾਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੁਣ ਮੈਂ ਆਪਣੀ ਮੈਂ ਨੂੰ ਮਨਫੀ ਕਰ ਲਿਆ। ਇਸ ਕਰਕੇ ਜਦੋਂ ਮੈਂ ਦੇ ਤਲ 'ਤੇ ਸੋਚਦੇ ਹਾਂ, ਨਾ ਕਰੈ, ਉਵੇਂ ਨਹੀਂ ਹੁੰਦਾ। ਜਦੋਂ ਉਹਦੇ ਭਰੋਸੇ ਵਿੱਚ ਪੈ ਕੇ ਅਤੇ ਆਪਣੀ ਮੈਂ ਨੂੰ ਮਨਫੀ ਕਰਕੇ ਸੋਚਦੇ ਹਾਂ, ਤਾਂ ਫਿਰ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿੰਨੇ ਕਮਾਲ ਦੇ ਵਾਕ ਆਖੇ ਹਨ।
ਆਖਦੇ ਹਨ ਕਿ ਜੀਵਨ ਨੂੰ ਜਦੋਂ ਸਮਝ ਨਹੀਂ ਹੁੰਦੀ ਜੀਵ ਨੂੰ ਕੀ ਕਰਦਾ। ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ। ਬੈਠਾ ਹੈ ਦੁਨਿਆਵੀ ਜਗਤ ਦੇ ਕੰਢੇ 'ਤੇ, ਧੀਆਂ ਪੁੱਤਰਾਂ ਦੇ, ਪਦਾਰਥਾਂ ਦੇ, ਜੀਵਨ ਦੇ ਹੋਰ ਪਸਾਰਾਂ ਦੇ ਬੜੇ ਰੰਗ ਤਮਾਸ਼ੇ ਦੇ ਅਚਰਜ ਕੌਤਕ ਹੋ ਰਹੇ ਨੇ। ਇਹਨਾਂ ਵਿੱਚ ਮਦਮਸਤ ਖੋਇਆ ਹੋਇਆ ਹੈ। ਅੱਜ ਜੀਵਨ ਦੇ ਵਿੱਚ ਹਰਖ ਭਾਵ ਬੜੀ ਖੁਸ਼ੀ ਦਾ ਪ੍ਰਸੰਨਮਈ ਦੌਰ ਚੱਲ ਰਿਹਾ ਹੈ। ਇਸ ਪ੍ਰਸੰਨਮਈ ਦੌਰ ਦੇ ਵਿੱਚ ਸੀਮਾਗਤ ਸੋਚਣ ਕਰਕੇ ਸਮਝਦਾ ਇਹ ਬਣਿਆ ਰਹੇ। ਕਹਿੰਦੇ ਇਹਦੇ ਵਿੱਚ ਬਿਲਕੁਲ ਖਚਿਤ ਹੋ ਜਾਂਦਾ ਅਤੇ ਇਸ ਗੱਲ ਨੂੰ ਭੁੱਲ ਹੀ ਜਾਂਦਾ ਹੈ ਕਿ ਸਾਰੇ ਜੀਵ ਰਚੇ ਹੋਏ ਹਨ ਅਤੇ ਇਹਨਾਂ ਜੀਵਾਂ ਦਾ ਰਚਨ ਦਾ ਵਿਨਸਣਾ ਵੀ ਹੈ ਇਹਨਾਂ ਨੇ। ਕਹਿੰਦੇ ਇਸ ਗੱਲ ਦੇ ਵਿੱਚ ਮਸਤ ਹੋ ਜਾਂਦਾ ਹੈ ਅਤੇ ਬਿਲਕੁਲ ਜਿਵੇਂ ਬਗਲਾ ਜਿਹੜਾ ਹੈ ਸੋ ਦੇ ਛੱਪੜ ਦੇ ਕੰਢੇ ਬੈਠਾ ਮੱਛੀਆਂ ਦੇ ਨਾਲ ਕੇਲ ਕਰਦਾ ਹੈ, ਕਦੀ ਚੁੰਝ ਮਾਰ ਕੇ ਪਕੜ ਲੈਂਦਾ, ਕਦੀ ਛੱਡ ਦਿੰਦਾ, ਇਸ ਤਰ੍ਹਾਂ ਦੇ ਕਹਿੰਦੇ ਉਹ ਕਰਦਾ ਹੈ। ਪਰ ਕਹਿੰਦੇ ਉਹਨੂੰ ਉਸ ਵਕਤ ਭੁੱਲਿਆ ਹੁੰਦਾ ਕਿ ਕੋਈ ਮੈਨੂੰ ਵੀ ਪਕੜਨ ਵਾਲਾ ਹੈ ਜਾਂ ਮੈਂ ਵੀ ਕਿਸੇ ਦੀ ਮਾਰ ਹੇਠ ਆ। ਕਹਿੰਦੇ ਉਹ ਗੱਲ ਉਹਦੇ ਚਿੱਤ ਵਿੱਚੋਂ ਵਿਸਰੀ ਹੁੰਦੀ, ਕੇਵਲ ਉਹਦੇ ਚਿੱਤ 'ਚ ਇੰਨਾ ਚੱਲ ਰਿਹਾ ਹੁੰਦਾ ਹੈ ਕਿ ਮੈਨੂੰ ਹੁਣ ਜੀਵਨ ਦਾ ਹੁਲਾਸ ਆਨੰਦ ਆ ਰਿਹਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਬਗਲੇ ਦੀ ਜ਼ਿੰਦਗੀ ਦਾ ਬਣਿਆ ਹੋਇਆ ਸਾਰਾ ਅਚਰਜ ਤਮਾਸ਼ਾ ਪਰਮੇਸ਼ਰ ਦੇ ਕਾਲ ਰੂਪ ਜਿਹੜੇ ਬਾਜ ਅਚਿੰਤੇ ਭਾਵ ਜਿਨ੍ਹਾਂ ਨੇ ਆਪਣੇ ਦੱਸਣ ਦੀ ਆਉਣ ਦੀ ਕੋਈ ਖਬਰ ਨਹੀਂ ਦਿੱਤੀ, ਕਹਿੰਦੇ ਆ ਕੇ ਪਕੜਿਆ ਹੈ। ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੀਵਨ ਦਾ ਸਾਰਾ ਅਚਰਜ ਤਮਾਸ਼ਾ ਵਿਸਰ ਗਿਆ, ਜੋ ਮਨ ਚਿਤਨਾ ਚੇਤੇ ਸਨ। ਅੱਜ ਜੋਬਨ ਅਵਸਥਾ ਹੈ ਅਤੇ ਸਾਡੀ ਚਿਤਵਣੀ ਪਤਾ ਕੀ ਕੰਮ ਕਰਦੀ ਹੈ ਕਿ ਅੱਜ ਜੋਬਨ 25 ਸਾਲ ਹੈ, 40, 65, 70, 80, 100 ਤੱਕ ਸਾਡੀ ਉਮਰ ਜਾਏਗੀ। ਪਰ ਇਹ ਵੀ ਖਿਆਲ ਹੈ ਕਿ ਜਿਤਨੇ ਆਕਾਰ ਨੇ ਕਦੋਂ ਮਿਰਸ ਜਾਣ ਇਹ ਪ੍ਰਭੂ ਜਾਣਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ। ਹੁਣ ਸਾਡੀ ਬੁੱਧੀ ਸੋਚਣ ਦਾ ਕੰਮ ਕਰਦੀ ਹੈ ਪਰ ਹੁਕਮ ਦੇ ਰੂਪ 'ਚ ਨਹੀਂ ਕਰਦੀ, ਆਪਣੀ ਅਕਲ ਦੇ ਤਲ 'ਤੇ ਕੰਮ ਕਰਦੀ ਹੈ। ਇਸ ਕਰਕੇ ਜਦੋਂ ਕਹਿੰਦੇ ਸ਼ਾਹਜਹਾਂ ਨੇ ਤਨਜ ਕੀਤੀ ਸੀ ਕਿ ਇਹ ਕਿੰਜ ਹੋ ਸਕਦਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ, ਕਿ ਉਹ ਜਿਹੜਾ ਹੈ ਨਦਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਿਰਾਏ ਦਾ ਕਿਵੇਂ ਕਰ ਸਕਦਾ। ਕਿਸੇ ਸਮੇਂ ਉਦੋਂ ਬਾਦਸ਼ਾਹ ਸੀ, ਉਹ ਕਹਿਣ ਲੱਗਾ ਇਹ ਵਾਕ ਕਿਵੇਂ ਸੱਚ ਹੋ ਸਕਦੇ ਨੇ। ਹੁਣ ਬੁੱਧੀ ਕਹਿੰਦੀ ਅੱਜ ਬਾਦਸ਼ਾਹ ਹੈ ਤਾਂ ਕੱਲ੍ਹ ਵੀ ਬਾਦਸ਼ਾਹ ਰਹਾਂਗਾ, ਪਰ ਇਹ ਨਹੀਂ ਪਤਾ ਕਿ ਹੁਕਮ ਰੂਪ ਦੇ ਵਿੱਚ ਕੋਈ ਐਸਾ ਕੁਕਰਮ, ਕੋਈ ਐਸਾ ਵੱਡਾ ਅਪਰਾਧ ਹੋ ਜਾਣਾ ਹੈ ਜਾਂ ਪਤਾ ਨਹੀਂ ਪ੍ਰਾਲਬਾਦ ਦਾ ਕਿਹੜਾ ਅੰਸ਼ ਅੱਗੇ ਆ ਕੇ ਪ੍ਰਗਟ ਹੋਵੇਗਾ ਕਿ ਜਿਹੜੇ ਸ਼ਾਹ ਨੂੰ ਕੰਗਾਲ ਹੋ ਜਾਣ ਅਤੇ ਕੰਗਾਲ ਸ਼ਾਹ ਹੋ ਜਾਣ। ਇਸ ਗੱਲ ਦਾ ਕੋਈ ਪਤਾ ਨਹੀਂ। ਪਾਰਟੀਸ਼ਨ ਨੇ 1947 ਦੀ ਪਾਰਟੀਸ਼ਨ ਹੋਈ, ਬੜਾ ਵੱਡਾ ਸਾਹਿਤ ਰਚਿਆ ਗਿਆ ਉਹਦੇ ਉੱਪਰ। ਤਾਂ ਯਕੀਨਨ ਹੈ ਜਿਹੜੇ ਕਿਸੇ ਵੱਡੇ ਵੱਡੇ ਨਗਰਾਂ ਦੇ ਮਤਲਬ ਜਿਨ੍ਹਾਂ ਨੂੰ ਮੈਂ ਕੋਈ ਕਿਸੇ ਸਾਹਿਤਕਾਰ ਦੀ ਰਚਨਾ ਵਿੱਚ ਪੜ੍ਹਿਆ ਸੀ, ਉਹ ਕੋਈ ਬਹੁਤ ਵੱਡਾ ਚੌਧਰੀ ਸੀ। ਉਹਨੇ ਆਪਣੇ ਜੀਵਨ ਦਾ ਹਾਲ ਦੱਸਿਆ ਪਾਰਟੀਸ਼ਨ ਤੋਂ ਬਾਅਦ ਜਦੋਂ ਪੰਜਾਬ ਵਿੱਚ ਆਇਆ। ਉਹ ਕਹਿਣ ਲੱਗਾ ਮੈਂ 40 ਪਿੰਡਾਂ ਦੇ ਵਿੱਚ ਘੋੜੀ ਦੇ ਉੱਪਰ ਜਦੋਂ ਚੱਲਦਾ ਹੁੰਦਾ ਸਾਂ ਅਤੇ ਇੱਕ ਵੀ ਮਨੁੱਖ ਨਹੀਂ ਸੀ ਹੁੰਦਾ ਜਿਹੜਾ ਮੈਨੂੰ ਸਲਾਮ ਕਰਨ ਤੋਂ ਬਿਨਾਂ ਗੁਜ਼ਰ ਜਾਵੇ ਮੇਰੇ ਅੱਗੋਂ। ਅਤੇ ਕਹਿੰਦਾ ਜਦੋਂ ਪਾਰਟੀਸ਼ਨ ਤੋਂ ਬਾਅਦ ਇੱਥੇ ਆਏ ਅਤੇ ਇੱਕ ਵੀ ਮਨੁੱਖ ਨਹੀਂ ਸੀ ਜਿਹੜਾ ਮੈਨੂੰ ਕਵੇ ਮੇਰੇ ਘਰੇ ਬਹਿ ਜਾ 10 ਦਿਨ ਕੱਟ ਲੈ ਮੁਸੀਬਤ ਦੇ ਵਿੱਚ। ਇਸ ਕਰਕੇ ਸ਼ਾਹਜਹਾਂ ਕਹਿਣ ਲੱਗਾ ਇਹ ਕਿੰਜ ਹੋ ਸਕਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਿਰਾਏ ਦਾ, ਕਿ ਉਹਨਾਂ ਨੂੰ ਘਾਹ ਖਾਣ 'ਤੇ ਮਜਬੂਰ ਕਰ ਦਿੰਦਾ ਹੈ। ਇਸ ਗੱਲ ਦੀ ਉਹਨੇ ਤਨਜ ਕੀਤੀ, ਪਰ ਇਹ ਨਹੀਂ ਸੋਚਿਆ ਕਿ ਪ੍ਰਭੂ ਦੀ ਇਸ ਅਸੀਮ ਰਚਨਾ ਦੇ ਵਿੱਚ ਬੜਾ ਕੁਝ ਅਚਰਜ ਚੱਲ ਰਿਹਾ ਹੈ, ਬੜਾ ਕੁਝ ਮਨੁੱਖ ਦੀ ਬੁੱਧੀ ਦੇ ਚਿਤਵਣ ਤੋਂ ਪਰਾਂ ਚੱਲ ਰਿਹਾ ਜਿਹੜਾ ਸਮਝਣ ਵਿੱਚ ਨਹੀਂ ਆਉਂਦਾ। ਜਦੋਂ ਔਰੰਗਜ਼ੇਬ ਨੇ ਕੈਦ ਕਰਕੇ ਪਾ ਦਿੱਤਾ ਅਤੇ ਜਦੋਂ ਦੂਜੀ ਜਗ੍ਹਾ ਲਿਜਾ ਰਹੇ ਸਨ ਕੈਦ ਕਰਕੇ ਪਿੰਜਰੇ ਵਿੱਚ, ਅਤੇ ਸਖਤ ਹੁਕਮ ਕੀਤਾ ਸੀ ਪਾਣੀ ਨਹੀਂ ਦੇਣਾ, ਭੋਜਨ ਨਹੀਂ ਦੇਣਾ ਇਹਨੂੰ। ਫਿਰ ਹਾਰ ਕੇ ਕਹਿਣ ਲੱਗਾ ਘੱਟੋ ਘੱਟ ਮਾੜੀ ਜੇ ਜੰਜੀਰਾਂ ਖੋਲ੍ਹ ਦਿਓ। ਤਾਂ ਉੱਥੋਂ ਉੱਤਰ ਕੇ ਕਹਿੰਦੇ ਉਹਨੇ ਘਾਹ ਖਾਣ ਦੀ ਕੋਸ਼ਿਸ਼ ਕੀਤੀ, ਭੁੱਖ ਮਿਟਾਉਣੀ ਸੀ, ਫਿਰ ਖਿਆਲ ਯਾਦ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਮੈਂ ਚਿਤਵੋ ਨਾ ਕਰੇ, ਜੋ ਚਿਤਵਿਆ ਉਹ ਨਹੀਂ ਹੁੰਦਾ। ਇਸ ਕਰਕੇ ਆਪਣੀ ਹਸਤੀ ਨੂੰ ਹੌਲੀ ਹੌਲੀ ਜ਼ਿੰਦਗੀ 'ਚ ਮਨਫੀ ਕਰਨਾ ਚਾਹੀਦਾ। ਮਨਫੀ ਕਰਨ ਦਾ ਮਤਲਬ ਹੈ ਕਿ ਹੁਕਮ ਦੇ ਤਹਿਤ ਆਪਣਾ ਜੀਵਨ ਅਰਪਣ ਕਰੋ। ਸਿਰਫ ਇਸ ਗੱਲ ਦੀ ਤਾਂ ਕਰਕੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਵਾਕ ਹਨ, ਔਰ ਚਿੰਤਾ ਦੋ ਭਾਵਾਂ ਕਰਕੇ ਪੈਦਾ ਹੁੰਦੀ ਹੈ। ਜਦੋਂ ਅਸੀਂ ਕਿਸੇ ਵਸਤੂ ਦੀਆਂ ਦੋ ਸਥਿਤੀਆਂ ਵਿੱਚ ਜਿਉਂਦੇ ਹਾਂ ਉਦੋਂ ਚਿੰਤਾ ਪੈਦਾ ਹੁੰਦੀ ਹੈ। ਬਾਣੀ 'ਚ ਵਾਕ ਨੇ ਜਿਸ ਗਰੇ ਬਹੁਤ
ਤਿਸੈ ਗ੍ਰਹਿ ਚਿੰਤਾ। ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੁਹੂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀਐ। ਜਿਹਦੇ ਕੋਲੋਂ ਕੁਝ ਨਹੀਂ ਹੈ ਉਹ ਆਪਣੀ ਨਿਰਧਨਤਾ ਕਰਕੇ, ਗਰੀਬੀ ਕਰਕੇ, ਦਲਿੱਦਰੀ ਕਰਕੇ ਦੁਖੀ ਹੈ, ਚਿੰਤਾਵਾਨ ਹੈ ਕਿ ਕਦੋਂ ਅਮੀਰ ਹੋਵਾਂਗਾ। ਜਿਹੜਾ ਅਮੀਰ ਹੋ ਚੁੱਕਿਆ ਉਹਨੇ ਜਿਹੜਾ ਧਨ ਸੰਚਲਿਆ, ਹੁਣ ਉਹ ਇਸ ਚਿੰਤਾ ਵਿੱਚ ਹੈ ਕਿ ਕਿਤੇ ਖਰਾਬ ਨਾ ਹੋ ਜਾਏ, ਲੁੱਟਿਆ ਨਾ ਜਾਏ, ਨਸ਼ਟ ਨਾ ਹੋ ਜਾਏ। ਇਸ ਚਿੰਤਾ ਦੇ ਵਿੱਚ, ਸੰਭਾਲਣ ਦੀ ਚਿੰਤਾ ਦੇ ਵਿੱਚ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਦੋਵਾਂ ਭਾਵਾਂ ਤੋਂ ਜਿਹੜਾ ਮੁਕਤ ਹੈ ਉਹ ਅਸਲ ਦੇ ਵਿੱਚ ਸੁਖੀ ਹੈ, ਅਤੇ ਉਹੀ ਇਸ ਜਗਤ ਦੇ ਵਿੱਚ ਸੁਹੇਲੇ ਰੂਪ ਦੇ ਵਿੱਚ ਜੀਵਨ ਜਿਉ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਮੈਂ ਚਿਤਵਉ ਨਾ ਕਰੈ, ਜੋ ਕੁਝ ਸੋਚਣ ਦਾ ਕਾਰਜ ਕਰਦਾ ਉਵੇਂ ਨਹੀਂ ਹੁੰਦਾ। ਅੱਗੇ ਆਖਦੇ ਕਿਆ ਮੇਰੇ ਚਿਤਵੇ ਹੋਏ, ਬੜੀ ਵਾਰੀ ਦੇਖਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਜੀਵਨ 'ਚ ਨਾ ਇੱਕ ਪ੍ਰਮਾਣ ਮਿਲਦਾ ਹੈ। ਭਗਤ ਕਬੀਰ ਸਾਹਿਬ ਜੀ ਦੇ ਜਾਤ ਅਭਿਮਾਨੀ ਲੋਕਾਂ ਨੇ, ਕਿਉਂਕਿ ਭਗਤ ਕਬੀਰ ਸਾਹਿਬ ਜੀ ਰੱਬ ਦੇ ਭਰੋਸੇ ਵਿੱਚ, ਅਕਾਲ ਪੁਰਖ ਦੇ ਭਰੋਸੇ ਵਿੱਚ ਰਹਿਣ ਵਾਲੇ ਭਗਤ ਜਨ ਸਨ, ਅਤੇ ਹਰ ਦਫਾ ਜ਼ਿਕਰ ਕਰਦੇ ਸਨ ਕਿ ਮਾਲਕ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ, ਉਹ ਆਪਣੇ ਭਗਤਾਂ ਦੀ ਪੈਜ ਰੱਖਦਾ। ਰੋਜ਼ ਜਿਸ ਤਰ੍ਹਾਂ ਦਾ ਜ਼ਿਕਰ ਕਰਦੇ ਸਨ। ਪਰ ਜਿਹੜੇ ਲੋਕ ਧਰਮ ਦੇ ਤਹਿਤ ਪੁਜਾਰੀ ਲੋਕ, ਜਿਨ੍ਹਾਂ ਦੇ ਅੰਦਰ ਆਪਣੇ ਅੰਦਰ ਭਰੋਸਾ ਨਹੀਂ ਸੀ, ਪਰ ਭਗਤ ਕਬੀਰ ਸਾਹਿਬ ਜੀ ਦੇ ਭਰੋਸੇ ਨੂੰ ਝੂਠ ਮੰਨਦੇ ਸਨ, ਉਹਨਾਂ ਨੇ ਸਾਜ਼ਿਸ਼ ਕਰ ਦਿੱਤੀ ਉਹਨਾਂ ਦੇ ਖਿਲਾਫ। ਸਾਰੇ ਨਗਰ ਦੇ ਵਿੱਚ, ਕਾਸ਼ੀ ਨਗਰ ਦੇ ਵਿੱਚ ਅਫਵਾਹ ਫੈਲਾ ਦਿੱਤੀ, ਖਬਰ ਫੈਲਾ ਦਿੱਤੀ ਕਿ ਕੁਝ ਦਿਨ ਬਾਅਦ ਭਗਤ ਕਬੀਰ ਸਾਹਿਬ ਜੀ ਦੇ ਘਰ ਬੜਾ ਵੱਡਾ ਭੰਡਾਰਾ ਹੈ, ਜਿੰਨੇ ਵੀ ਸਾਧੂ ਜਨ ਆਉਣਾ ਚਾਹੁਣ ਆ ਜਾਣ, ਸਾਰਿਆਂ ਨੂੰ ਬੜਾ ਵੱਡਾ ਭੋਜਨ ਕਰਨਗੇ। ਹੁਣ ਭਗਤ ਕਬੀਰ ਸਾਹਿਬ ਜੀ ਦੇ ਅਕੀਦੇ ਨੂੰ ਡਲਾਉਣਾ ਚਾਹਿਆ। ਭਗਤ ਕਬੀਰ ਸਾਹਿਬ ਜੀ ਨੂੰ ਪਤਾ ਲੱਗ ਗਿਆ ਕਿ ਸਾਡੀ ਇਸ ਤਰ੍ਹਾਂ ਨਾ ਕਰ ਸਕੇ, ਨਮੋਸ਼ੀ ਹੋਏਗੀ, ਮਾਣਹਾਨੀ ਹੋਏਗੀ ਕਿ ਨਹੀਂ ਕਰ ਸਕੇ, ਪਰ ਇਹਨਾਂ ਨੇ ਸਾਜ਼ਿਸ਼ ਕੀਤੀ ਹੈ। ਉਹ ਮਾਤਾ ਲੋਈ ਜੀ ਨੂੰ ਕਹਿਣ ਲੱਗੇ ਸਾਡੇ ਬਾਰੇ ਸਾਰੇ ਨਗਰ ਵਿੱਚ ਗੱਲ ਚੱਲ ਰਹੀ ਹੈ ਕਿ ਕੁਝ ਦਿਨ ਬਾਅਦ ਕਬੀਰ ਸਾਹਿਬ ਜੀ ਦੇ ਘਰ ਭੰਡਾਰਾ ਹੋਣਾ, ਸਾਰਿਆਂ ਨੂੰ ਬੜੇ ਚੰਗੀ ਕਿਸਮ ਦੇ ਪਕਵਾਨ ਖਿਲਾਏ ਜਾਣੇ ਨੇ, ਤਾਂ ਆਪਣੇ ਘਰ ਤਾਂ ਆਪਣੇ ਜੀਵਨ ਦਾ ਗੁਜ਼ਰ ਬਸਰ ਬੜੀ ਮੁਸ਼ਕਿਲ ਚੱਲਦਾ, ਕੀ ਕਰਾਂਗੇ। ਤਾਂ ਬਾਬਾ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ। ਅਸੀਂ ਤਾਂ ਉਹਦੇ ਭਰੋਸੇ ਵਿੱਚ ਟਲੇ ਹਾਂ, ਇਸ ਕਰਕੇ ਅਸੀਂ ਤਾਂ ਇੱਥੋਂ ਤੱਕ ਹੁਣ ਸਮਰਪਣ ਕਰਦੇ ਹਾਂ ਕਿ ਜਿਸ ਘਰ ਨੂੰ ਆਪਣਾ ਮਾੜਾ ਮੋਟਾ ਮੰਨਦੇ ਉਹਨੂੰ ਵੀ ਛੱਡ ਕੇ ਚਲੇ ਗਏ। ਉਤਨੇ ਨੂੰ ਕੋਈ ਭਗਤ ਜਦੋਂ ਤੱਕ ਭੰਡਾਰੇ ਦਾ ਜਾਂ ਲੰਗਰ ਕਰਨ ਦਾ ਦਿਨ ਆਉਣਾ ਸੀ, ਭਗਤ ਕਬੀਰ ਸਾਹਿਬ ਜੀ ਦਾ ਕੋਈ ਬੜਾ ਧਨਵਾਨ ਸ਼ਰਧਾਲੂ ਆ ਗਿਆ, ਅਤੇ ਉਹ ਇਸ ਤਰ੍ਹਾਂ ਦਾ ਹੀ ਭਾਵ ਲੈ ਕੇ ਆਇਆ ਸੀ ਕਿ ਮੈਂ ਬਹੁਤ ਸਾਰਾ ਵੱਡਾ ਲੰਗਰ ਕਰਾਂਗਾ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ। ਭਗਤ ਕਬੀਰ ਸਾਹਿਬ ਜੀ ਪ੍ਰਾਪਤ ਨਾ ਹੋਏ, ਪਰ ਉਹਨੇ ਆਪਣਾ ਯਤਨ ਪੂਰਾ ਕਰ ਦਿੱਤਾ, ਸਾਰਿਆਂ ਨੂੰ ਭੋਜਨ ਛਕਾ ਦਿੱਤਾ, ਸਾਰੇ ਬੜੇ ਪ੍ਰਸੰਨ ਕਰਕੇ ਵਿਦਾ ਹੋਏ। ਭਗਤ ਕਬੀਰ ਸਾਹਿਬ ਜੀ ਕੁਝ ਦਿਨਾਂ ਬਾਅਦ ਮਾਤਾ ਲੋਈ ਜੀ ਸਮੇਤ ਵਾਪਸ ਆਏ, ਅਤੇ ਨਗਰ ਵਿੱਚ ਜਿਹੜਾ ਮਿਲੇ ਕਹਿਣ ਜੀ ਤੁਸੀਂ ਤਾਂ ਕਮਾਲ ਕਰ ਦਿੱਤੀ, ਬੜਾ ਕਮਾਲ ਦਾ ਬ੍ਰਹਮ ਭੋਜ ਬਣਾਇਆ, ਸਾਰਿਆਂ ਨੂੰ ਬੜੇ ਚੰਗੇ ਢੰਗ ਨਾਲ ਛਕਾਇਆ। ਭਗਤ ਕਬੀਰ ਸਾਹਿਬ ਜੀ ਵਾਪਸ ਆਏ, ਸਾਰੇ ਨਗਰ ਵਿੱਚ ਫਿਰ ਦੇਖਿਆ ਕਿ ਸਾਰਿਆਂ ਨੇ ਛਕਿਆ ਵੀ ਹੈ, ਤਾਂ ਫਿਰ ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਹਮ ਕੀਆ ਨਾ ਕਰਹੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿ ਸ਼ਹਰ ਕੀਆ ਪਇਓ ਕਬੀਰ। ਕਬੀਰ ਜਿਵੇਂ ਆਪਣੀ ਸੋਚਣੀ ਚਿਤਵਣੀ ਦਾ ਤਾਣ ਲਗਾਉਂਦਾ ਅਤੇ ਮੰਨ ਲੈਂਦਾ ਕਿ ਜਾ ਕੇ ਕੁਝ ਕਿਸੇ ਅਮੀਰ ਕੋਲੋਂ ਉਧਾਰ ਲੈ ਆਉਣਾ, ਸੌਦਾ ਵਗੈਰਾ ਸਾਰਾ ਕੁਝ, ਅਤੇ ਹੋ ਸਕਦਾ ਉਹਨਾਂ ਦਾ ਹੀ ਪ੍ਰੇਰਿਆ ਹੁੰਦਾ, ਮੈਨੂੰ ਸੌਦਾ ਦੇਣ ਤੋਂ ਵੀ ਇਨਕਾਰ ਕਰ ਦਿੰਦਾ। ਇਸ ਕਰਕੇ ਆਪਣੇ ਆਪ ਨੂੰ ਬਿਲਕੁਲ ਹੀ ਮਨਫੀ ਕਰ ਦਿੱਤਾ ਕਿ ਹੁਣ ਔਰ ਇਸ ਮਨਫੀ ਕਰਨ ਦੇ ਵਿੱਚ ਵੀ ਕੋਈ ਚਿੰਤਾ ਨਹੀਂ ਹੈ। ਇਸ ਮਨਫੀ ਕਰਨ ਦੇ ਵਿੱਚ ਜੇ ਨਾ ਵੀ ਪ੍ਰਭੂ ਉਹਨਾਂ ਦੀ ਪੈਜ ਰੱਖਦਾ, ਤੇ ਭਗਤ ਦਾ ਅਕੀਦਾ ਡੋਲਣ ਵਾਲਾ ਨਹੀਂ ਹੈ। ਜੇ ਉਹਦੀ ਪੈਜ ਰੱਖੀ ਹੈ ਤਾਂ ਉਹਦੇ ਵਿੱਚ ਫੁੱਲ ਜਾਣ ਵਾਲਾ ਨਹੀਂ ਕਿ ਮੇਰੇ ਕਰਕੇ ਮੇਰੀ ਵੇਖੋ ਰੱਬ ਨੇ ਵਡਿਆਈ ਵੱਡੀ ਕਰਤੀ, ਉਹ ਸਮਤਲ ਹੀ ਰਹਿਣ ਵਾਲਾ ਹੈ ਉਹਦੇ ਵਿੱਚ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਆ ਮੇਰੇ ਚਿਤਵੇ ਹੋਏ, ਬੜਾ ਕੁਝ ਕਹਿੰਦੇ। ਹੁਣ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਦੇ ਜੀਵਨ 'ਚ ਜ਼ਿਕਰ ਮਿਲਦਾ। ਉਹ ਕਹਿੰਦੇ ਸਾਡੀ ਕੁੱਲ ਨੂੰ ਲੋਕ ਛੂਤ ਆਖਦੇ ਸਨ, ਪਰ ਅਸੀਂ ਇਸ ਹੀਣ ਭਾਵ ਦੇ ਵਿੱਚ ਜਿਉ ਰਹੇ ਸਨ ਕਿ ਲੋਕ ਸਾਨੂੰ ਛੂਤ ਆਖਦੇ ਨੇ, ਪਰ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਦੀ ਕਿੱਡੀ ਵੱਡੀ ਮਿਹਰਮਤ ਹੋਈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤੋ ਚੌ ਕੁੰਟ ਮਾਨੈ। ਹੁਣ ਸੋਚਣ ਇਹ ਕਹਿੰਦੀ ਹੈ ਕਿ ਜਿਹੜੇ ਛੂਤਾਂ ਨੇ ਨਿਮਨ ਹੀ ਰਹਿਣਗੇ, ਪਰ ਉਹਨਾਂ ਨਿਮਨਾਂ ਨੂੰ ਵੱਡੀ ਕੁੱਲ ਦੇ ਵੀ ਲੋਕ ਸਜਦਾ ਕਰਨਗੇ, ਇਹ ਕਿਸੇ ਚਿਤਵਣ ਵਿੱਚ ਨਹੀਂ ਆਉਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਪ੍ਰਭੂ ਜੋ ਆਪ ਚਿਤਵਦਾ ਹੈ ਉਹੀ ਇਸ ਜਗਤ ਵਿੱਚ ਵਰਤਾਉਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪਣਾ ਚਿਤਵਿਆ ਹਰ ਕਰੈ, ਕਿਉਂਕਿ ਉਸ ਨੂੰ ਜੋ ਭਾ ਰਿਹਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਤਾਂ ਕਰਕੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਵਾਕ ਪੜ੍ਹਦੇ ਹਾਂ,
ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਿਆਣਪ ਦੀ ਲਿਮਟ ਹੁੰਦੀ ਹੈ। ਮੈਂ ਆਪਣੀ ਜਿਸ ਜਗ੍ਹਾ ਤੋਂ ਮੈਂ ਆਪਣੀ ਸਾਰੀ ਗੁਰਮਤਿ ਵਿੱਦਿਆ ਦਾ ਅਧਿਐਨ ਕੀਤਾ, ਉਸ ਤੋਂ ਬਾਅਦ ਉੱਥੇ ਗਿਆ। ਉੱਥੋਂ ਦੇ ਵਿਦਿਆਰਥੀ ਕਹਿਣ ਲੱਗੇ, ਜਿਹੜੇ ਨਵੇਂ ਆਏ ਸਨ ਸਾਡੇ ਤੋਂ ਬਾਅਦ, ਕਹਿਣ ਲੱਗੇ ਆਪਣਾ ਕੋਈ ਅਨੁਭਵ ਦੱਸੋ ਇੱਥੋਂ ਦਾ। ਮੈਂ ਕਿਹਾ ਜੀ ਮੇਰਾ ਅਨੁਭਵ ਬਹੁਤ ਕੁਝ ਹੈ, ਪਰ ਤੁਹਾਡੇ ਕਿਸੇ ਕੰਮ ਦਾ ਨਹੀਂ ਹੋਏਗਾ। ਕਹਿਣ ਲੱਗੇ ਕਿਉਂ? ਤੁਸੀਂ 4-5 ਸਾਲ ਪੜ੍ਹੇ ਹੋ, ਇੱਥੋਂ ਦਾ ਮਾਹੌਲ ਦੇਖਿਆ, ਸਭ ਕੁਝ ਕੀਤਾ, ਇੱਥੋਂ ਦਾ ਅਨੁਭਵ ਦੱਸੋ ਜਿਹੜਾ ਸਾਡੇ ਕੰਮ ਆਵੇ। ਮੈਂ ਕਿਹਾ 1 ਰੁਪਏ ਦਾ ਵੀ ਅਨੁਭਵ ਤੁਹਾਡੇ ਕੰਮ ਨਹੀਂ ਆਇਆ। ਕਹਿੰਦੇ ਕਾਰਨ? ਮੈਂ ਕਿਹਾ ਮੇਰੇ ਜੀਵਨ ਦੇ ਪੈਮਾਨੇ, ਮੇਰੇ ਸਮਝਣ ਦੇ ਪੈਮਾਨੇ, ਮੇਰੇ ਚੀਜ਼ਾਂ ਨੂੰ ਜਾਣਨ ਦੇ ਪੈਮਾਨੇ ਹੋਰ ਨੇ। ਜਿਸ ਸਮੇਂ ਵਿੱਚ ਮੈਂ ਵਿਚਰਿਆ ਉਹ ਸਮਾਂ ਹੋਰ ਸੀ। ਜਿਸ ਹਿਸਾਬ ਨਾਲ ਦੂਜਿਆਂ ਨੇ ਮੇਰੇ ਨਾਲ ਡੀਲ ਕੀਤਾ, ਮੈਂ ਦੂਜਿਆਂ ਨਾਲ ਕੀਤਾ, ਉਹ ਢੰਗ ਹੋਰ ਸੀ। ਹਰੇਕ ਦਾ ਮਨ, ਬੁੱਧੀ, ਚਿੱਤ, ਵਿਵਹਾਰ, ਨੈਤਿਕਤਾ, ਆਦਰਸ਼, ਅਧਿਆਤਮਿਕਤਾ ਸਭ ਤਰ੍ਹਾਂ ਦੀ ਵੱਖੋ ਵੱਖਰੀ ਹੈ। ਫਿਰ ਇੱਕ ਦਾ ਅਨੁਭਵ ਦੂਜੇ ਨੂੰ ਕਿਵੇਂ ਫੀਡ ਕਰ ਸਕੇਗਾ? ਇਸ ਕਰਕੇ ਜਿੰਨੀ ਆਤਮਿਕ ਸ਼ੁੱਧਤਾ 'ਚ ਇੱਕ ਜਿਉਂ ਰਿਹਾ, ਦੂਜਾ ਉਨੀ 'ਚ ਹੋ ਸਕਦਾ ਨਾ ਜਿਉਂ ਰਿਹਾ ਹੋਵੇ। ਇੱਕ ਜਿੰਨੇ ਭਰੋਸੇ ਵਿੱਚ ਦੂਜਾ ਉਹਦੇ ਅੱਧਾ ਵੀ ਨਾ ਹੋਵੇ, ਤਾਂ ਫਿਰ ਉਹਦਾ ਅਨੁਭਵ ਉਹਦੇ ਲਈ ਕੀ ਕੰਮ ਕਰੇਗਾ? ਇਸ ਕਰਕੇ ਮੈਂ ਕਿਹਾ ਮੇਰਾ ਅਨੁਭਵ ਤੁਹਾਡੀ ਕਿਸੇ ਤਰ੍ਹਾਂ ਵੀ ਤਰਜਮਾਨੀ ਨਹੀਂ ਕਰ ਸਕੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਮੇਰੇ ਚਿੱਤ ਨਾ ਹੋਏ। ਅਸੀਂ ਆਪਣੇ ਅਕਲ ਦੇ ਕਿੰਨੇ ਪੈਮਾਨੇ ਬਣਾਏ ਨੇ, ਉਹ ਹਰ ਜਗ੍ਹਾ ਹੀ ਭੰਗ ਹੁੰਦੇ ਨੇ। ਹਰ ਭੰਗ ਹੋਣ ਦਾ ਮਤਲਬ ਇਹੀ ਹੈ ਕਿ ਸਾਡੇ ਸੋਚਣ ਦੀ ਉਡਾਰੀ ਭਾਵੇਂ ਕਿੰਨੀ ਬਰੀਕ ਹੈ, ਪਰ ਫਿਰ ਵੀ ਉਹਦੀ ਜਾ ਕੇ ਕੋਈ ਲਿਮਟ ਬਣਦੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਕਈ ਵਾਰੀ ਅੱਜ ਜਿਹੜੇ ਬਜ਼ੁਰਗ ਬੈਠੇ ਹੋਣਗੇ ਨਾ, ਵਰਤਮਾਨ ਸਮੇਂ ਨੂੰ ਨਿੰਦੀ ਜਾਣਗੇ ਜੀ, ਲੋਕਾਂ ਦੇ ਪਹਿਨਣ ਦੇ ਢੰਗ, ਬੋਲਣ ਦੇ, ਚੱਲਣ ਫਿਰਨ ਦੇ ਢੰਗ ਸਹੀ ਨਹੀਂ ਹੈ, ਉਹਨੂੰ ਗਲਤ ਠਹਿਰਾਉਣਗੇ। ਪਰ ਉਸ ਗੱਲ ਦੀ ਜੇ ਬੜੀ ਗਹਿਰੀ ਵਿਚਾਰ ਕਰਾਂਗੇ ਕਿ ਜਦੋਂ ਉਹਨਾਂ ਦਾ ਮਨ ਸੀ, ਜਿਸ ਟਾਈਮ 'ਚ ਉਹ ਪੈਦਾ ਹੋਏ ਜਾਂ ਵੱਡੇ ਹੋਏ, ਉਸ ਟਾਈਮ 'ਚ ਜਿਹੜਾ ਮਨ ਦਾ ਸੰਸਾਰ ਸੀ ਉਹ ਥੋੜ੍ਹਾ ਕੰਟਰੋਲਡ ਸੀ। ਬੰਦੇ ਕੋ ਮਨ ਦੇ ਭਟਕਣ ਦੇ ਆਯਾਮ ਹੀ ਨਹੀਂ ਸਨ। ਵੱਧ ਤੋਂ ਵੱਧ ਸਾਰੇ ਨਗਰ 'ਚ ਅਵਾਰਾਗਰਦੀ ਕਰ ਸਕਦਾ ਸੀ, ਹੋਰ ਕੀ ਕਰ ਸਕਦਾ ਸੀ? ਜੇ ਬਹੁਤ ਬੰਦੇ ਕੋ ਸਾਧਨ ਕੀ ਸੀ? ਨਾ ਆਵਾਜਾਈ ਸੀ, ਕੁਝ ਵੀ ਨਹੀਂ ਸੀ, ਨਾ ਵਰਤਮਾਨ ਸਮੇਂ ਦੀਆਂ ਤਕਨੀਕਾਂ ਸਨ। ਵੱਧ ਤੋਂ ਵੱਧ ਅਵਾਰਾਗਰਦੀ ਸੀ, ਸਾਰੇ ਪਿੰਡ ਦੀ ਗਲੀਆਂ ਕੱਛ ਲਵੇ। ਹੁਣ ਬੰਦੇ ਕੋਲੋਂ ਮਨ ਦੇ ਭਟਕਣ ਦੇ ਹਜ਼ਾਰਾਂ ਆਯਾਮ ਆ ਗਏ ਨੇ, ਚੰਗੇ ਮੰਦੇ ਨੁਕਤੇ ਤੋਂ। ਉਹ ਇੱਥੋਂ ਬੈਠਾ ਹੋਇਆ ਅਮਰੀਕਾ ਦੀ ਵਕਾਰੀ ਕਿਸਮ ਦੇ ਅੱਡੇ ਨਾਲ ਜੁੜ ਰਿਹਾ, ਇੱਥੇ ਬੈਠਾ ਹੋਇਆ। ਉਹ ਇੱਥੇ ਬੈਠਾ ਹੋਇਆ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਦਾ ਲੈਕਚਰ ਲਾ ਰਿਹਾ। ਹੁਣ ਕੀ ਹੈ? ਉਹਦੇ ਮਨ ਦਾ ਸੰਸਾਰ ਡਿਵੈਲਪ ਹੋ ਗਿਆ। ਪਹਿਲਾਂ ਡਿਵੈਲਪ ਨਹੀਂ ਸੀ ਤਾਂ ਚੰਗਾ ਲੱਗਦਾ ਸੀ। ਜੇ ਉਧਰ ਦੇ ਮਨ ਨੂੰ ਹੁਣ ਦੀ, ਮਤਲਬ ਕਿ ਕੋਈ ਬਜ਼ੁਰਗ ਜਿਹੜਾ ਪਹਿਲਾਂ ਮਰ ਚੁੱਕਿਆ ਹੈ, ਉਹਦੇ ਮਨ ਸਰੀਰ ਨੂੰ ਇਸ ਯੁੱਗ ਵਿੱਚ ਪੈਦਾ ਕਰ ਦਿਓ, ਉਹ ਵੀ ਇੰਜ ਦਾ ਹੋ ਹੀ ਜਾਵੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਮੇਰੇ ਚਿੱਤ ਨਾ ਹੋਏ। ਜੀਵਨ ਦਾ ਸਿਲਸਿਲਾ ਹਰ ਪਲ ਬਦਲ ਰਿਹਾ ਹੈ, ਅਤੇ ਜਿਹੜੀ ਸਿਆਣਪ ਹੈ ਉਹ ਇੱਕ ਨੁਕਤੇ ਬਣਾ ਲੈਂਦੀ। ਇਸ ਕਰਕੇ ਇਸੇ ਨੁਕਤੇ ਕਰਕੇ ਸਮਾਜ ਵਿੱਚ ਦਵੰਦ ਪੈਦਾ ਹੁੰਦੇ ਨੇ। ਮਾਤਾ ਪਿਤਾ ਜੇ ਕਈ ਵਾਰੀ ਇਸ ਗੱਲ ਨੂੰ ਸਮਝਣ ਦੀ ਮਦਦ ਕਰੀਦੀ ਕਿ ਮਾਤਾ ਪਿਤਾ ਅਤੇ ਬੱਚੇ ਦੀ ਇੱਕ ਸੁਰਤਾ ਕਿਉਂ ਨਹੀਂ ਬਣਦੀ। ਮਾਤਾ ਪਿਤਾ ਦੀ ਸਿਆਣਪ ਦਾ ਜਾਂ ਸਮਝਣ ਦੇ ਪੱਧਰ 30-40 ਸਾਲ ਪੁਰਾਣੇ ਨੇ। ਬੱਚਾ ਮਾਡਰਨ ਵਰਲਡ 'ਚ ਜੀ ਰਿਹਾ, ਉਹਦੇ ਮਨ ਦੀਆਂ ਹਜ਼ਾਰਾਂ ਕਨੈਕਟੀਵਿਟੀ ਬਣੀ ਹੋਈ ਹੈ ਹਰੇਕ ਪਾਸੇ ਨਾਲ। ਮਾਤਾ ਪਿਤਾ ਆਪਣੀ ਸਰਟਨ ਹੋਈ ਅਕਲ ਦੇ ਵਿੱਚੋਂ ਬੱਚੇ ਨੂੰ ਟਰੀਟ ਕਰ ਰਿਹਾ, ਅਤੇ ਬੱਚੇ ਦਾ ਮਨ ਦਾ ਵਰਲਡ ਉਹਨੂੰ ਪ੍ਰਵਾਨ ਨਹੀਂ ਕਰਦਾ। ਉਹ ਕਹਿੰਦਾ ਰਿਜੈਕਟ, ਤੁਸੀਂ ਮੇਰੇ ਜੀਵਨ 'ਚੋਂ ਬਾਹਰ ਹੋਵੋ, ਕਿਉਂਕਿ ਤੁਹਾਨੂੰ ਮੇਰੇ ਮਨ ਦੀ, ਮੇਰੀ ਮੈਮਰੀ ਦੀ, ਮੇਰੀ ਇਮੈਜੀਨੇਸ਼ਨ ਦੀ ਸਮਝ ਨਹੀਂ ਹੈ, ਤਾਂ ਮੈਂ ਤੁਹਾਨੂੰ ਨਾਲ ਕਿਉਂ ਲੈ ਕੇ ਚੱਲਾਂ? ਮੈਨੂੰ ਬੜੇ ਅਕਸਰ ਜ਼ਿਕਰ ਕਰਨਗੇ ਜੀ ਕੁਝ ਸਮਝਾਓ। ਮੈਂ ਕਿਹਾ ਜੀ ਤੁਸੀਂ ਸਮਝੋ, ਉਹਨਾਂ ਨੂੰ ਨਹੀਂ ਸਮਝਾਇਆ ਜਾ ਸਕਦਾ। ਤੁਸੀਂ ਆਪਣੇ ਬਣੇ ਹੋਏ ਸਥਗਿਤ ਦ੍ਰਿਸ਼ਟੀਕੋਣ ਛੱਡ ਦਿਓ ਤਾਂ ਤੁਹਾਡੀ ਇਕਸੁਰਤਾ ਬਣ ਜਾਏਗੀ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਮੇਰੇ ਚਿੱਤ ਨਾ ਹੋਏ, ਜਿਤਨਾ ਵੀ ਚਿੱਤ ਵਧਾਹਾ। ਕਿਉਂਕਿ ਸ੍ਰਿਸ਼ਟੀ ਹਰ ਪਲ ਬਦਲ ਰਹੀ ਹੈ, ਹਰ ਪਲ ਬਦਲ ਰਹੀ ਹੈ। ਕਈ ਜਿਵੇਂ ਉਦਾਹਰਨ ਦੇ ਤੌਰ 'ਤੇ ਵਰਤਮਾਨ ਸਮੇਂ ਜੇ ਵਿਗਿਆਨ ਨੂੰ ਦੇਖੋ, ਤਾਂ ਵਿਗਿਆਨ ਨੂੰ ਦੇਖ ਕੇ ਬੰਦਾ ਵੀ ਇਸ ਸਿੱਟੇ 'ਤੇ ਪਹੁੰਚ ਸਕਦਾ ਕਿ ਜਿਨ੍ਹਾਂ ਚੀਜ਼ਾਂ ਬਾਰੇ ਅਸੀਂ ਕਈ ਕੁਝ ਸੋਚਦੇ ਸਾਂ, ਉਹ ਕਿੰਨਾ ਕੁਝ ਬਦਲ ਰਿਹਾ ਹੌਲੀ ਹੌਲੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸ ਸਿਰਜਣਹਾਰ ਮਾਲਕ ਨੇ ਅਨੇਕਾਂ ਤਰ੍ਹਾਂ ਦੇ ਪਸਾਰ ਬਣਾਏ ਨੇ। ਉਹ ਰਚਨਾ ਨੂੰ ਕਿਵੇਂ ਚਲਾਉਣਾ, ਕਿਵੇਂ ਉਹਦੀ ਧਰਤੀ 'ਤੇ ਭੂਮਿਕਾ ਨਿਭਾਉਣੀ ਹੈ, ਕਹਿੰਦੇ ਉਹ ਸਾਰਾ ਕੁਝ ਮਾਲਕ ਬਾਖੂਬੀ ਜਾਣਦਾ ਹੈ। ਇਸ ਕਰਕੇ ਵਾਧੂ ਦੀ ਆਪਣੀ ਚਿੰਤਾ ਦਾ ਦਖਲ ਪਾ ਕੇ ਉਸ ਤਰ੍ਹਾਂ ਦਾ ਕੁਝ ਯਤਨ ਕਰਨਾ, ਉਹ ਕਹਿੰਦੇ ਠੀਕ ਨਹੀਂ ਹੈ। ਇਸੇ ਸ਼ਲੋਕ ਦੇ ਅੰਤਰਗਤ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਹੱਲਾ ਤੀਜਾ। ਚਿੰਤਾ ਪਿਆਪ ਕਰਾਏ ਸੀ, ਅਚਿੰਤ ਪਿਆਪੇ ਦੇ। ਹੁਣ ਪਹਿਲੇ ਸ਼ਲੋਕ ਤੋਂ ਇੱਕ ਪ੍ਰਭਾਵ ਬਣਦਾ ਕਿ ਜੇ ਸਾਰਾ ਕੁਝ ਪ੍ਰਭੂ ਨੇ ਕਰਨਾ, ਫਿਰ ਬੰਦਾ ਸੋਚਣਾ ਸਮਝਣਾ ਕਰਨਾ ਛੱਡ ਦੇਵੇ।
ਤਾਂ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ, ਨਹੀਂ ਐਸਾ ਨਹੀਂ। ਅਸਲ ਦੇ ਵਿੱਚ ਬਾਤ ਇੰਝ ਹੈ, ਚਿੰਤਾ ਪਿਆਪ ਕਰਾਏ ਸੀ। ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਪ੍ਰਤਪਾਲਕ ਹੋਣ ਦਾ ਅਹਿਸਾਸ ਨਹੀਂ, ਉਹ ਚਿੰਤਾਗ੍ਰਸਤ ਨੇ। ਜਿਹੜੇ ਸਮਝਦੇ ਹਨ ਜਲ ਮੈਂ ਜੰਤੋ ਪਾਇਨ ਤਿਨਾ ਪਿਰੋਜੀ ਦੇ, ਉਹ ਰਿਜ਼ਕ ਦੀ ਚਿੰਤਾ ਨਹੀਂ ਕਰਦੇ, ਰਿਜ਼ਕ ਲਈ ਕੇਵਲ ਉਦਮ ਕਰਦੇ ਹਨ। ਜਿਹਦੇ ਅੰਦਰੋਂ ਮਾਲਕ ਨੇ ਆਪਣਾ ਭਰੋਸਾ ਕੱਢ ਲਿਆ, ਉਹਨੂੰ ਚਿੰਤਾ ਲੱਗ ਗਈ। ਉਦਾਹਰਨ ਦੇ ਤੌਰ 'ਤੇ ਸਾਡਾ ਜਨਮ ਹੋਇਆ, ਹੁਣ ਤਾਂ ਸਾਰੇ ਇਹ ਗੱਲ ਦੀ ਚਿੰਤਾ ਕਰਦੇ ਆ, ਗੁਰੂ ਘਰ ਵੀ ਜਾਣਾ ਹੋਵੇ ਤੇ ਚਿੰਤਾ ਲੈ ਕੇ ਜਾਂਦੇ ਕਿ ਲੰਗਰ ਬਣਿਆ ਕਿ ਨਹੀਂ, ਉੱਥੇ ਕਿਤੇ ਭੁੱਖੇ ਨਾ ਆਉਣਾ ਪਵੇ। ਰਿਸ਼ਤੇਦਾਰਾਂ ਕੋਲ ਜਾਣਾ ਤਾਂ, ਸਫ਼ਰ 'ਤੇ ਜਾਣਾ ਤਾਂ। ਜਦੋਂ ਜਨਮ ਹੋਇਆ ਚਿੰਤਾ ਕੀਤੀ ਕਿ ਜਿਸ ਮਾਂ ਦੇ ਗ੍ਰਹਿ ਪ੍ਰਗਟ ਹੋਣਾ ਹੈ ਉਹਦੇ ਕੋਲੋਂ ਦੁੱਧ ਹੈ, ਖੀਰ ਹੈ। ਕਦੀ ਇਸ ਗੱਲ ਦੀ ਚਿੰਤਾ ਕੀਤੀ ਅਸੀਂ? ਨਹੀਂ ਕੀਤੀ। ਬਾਣੀ 'ਚ ਵਾਕ ਨੇ, ਪਹਿਲੋਂ ਦੇ ਤੈਂ ਰਿਜ਼ਕ ਸਮਾਹਾ, ਤੇਰਾ ਜਨਮ ਬਾਅਦ ਦੇ ਵਿੱਚ ਹੋਇਆ। ਮਾਂ ਦੇ ਕੋਲ ਤੇਰੇ ਪੀਣ ਦੇ ਲਈ ਮਾਲਕ ਨੇ ਦੁੱਧ ਪਹਿਲਾਂ ਭੇਜ ਦਿੱਤਾ। ਪਿੱਛੋਂ ਦੇ ਤੈ ਜੰਤੋ ਪਾਹਾ, ਬਾਅਦ ਦੇ ਵਿੱਚ ਬੱਚਾ ਪੈਦਾ ਹੋਇਆ। ਇਸੇ ਤਰ੍ਹਾਂ ਭਗਤ ਗੁਰੂ ਸਾਹਿਬ ਜੀ ਕਹਿੰਦੇ ਚਿੰਤਾ ਪਿਆਪ ਕਰਾਏ ਸੀ। ਜਦੋਂ ਬੰਦਾ ਸਮਝਦਾ ਹੈ ਕਿ ਅਕਾਲ ਪੁਰਖ ਸਿਰਜਣਹਾਰ ਪ੍ਰਤਪਾਲਕ ਨਹੀਂ ਹੈ, ਮੈਂ ਹੀ ਸਰਮਾਉਰ ਹਾਂ, ਕਹਿੰਦੇ ਫਿਰ ਉਹ ਚਿੰਤਾਗ੍ਰਸਤ ਹੋ ਜਾਂਦਾ। ਪਰ ਜਦੋਂ ਉਹਦੇ ਅੰਦਰ ਭਰੋਸਾ ਆ ਜਾਂਦਾ ਹੈ, ਫਿਰ ਉਸ ਨੂੰ ਅਚਿੰਤ ਕਰ ਦਿੰਦਾ। ਉਹਨੂੰ ਪਤਾ ਕਿ ਅਸੀਂ ਕਿਹੜਾ ਪਾਲ ਰਹੇ, ਹਜ਼ਾਰਾਂ ਨੂੰ ਪਾਲ ਰਿਹਾ। ਜੋ ਪੱਥਰ ਦੇ ਕੀਟਾਂ ਨੂੰ ਪਾਲ ਸਕਦਾ ਤੇ ਸਭ ਕੁਝ ਨੂੰ ਪਾਲੇਗਾ, ਅਸੀਂ ਤਾਂ ਫਿਰ ਵੀ ਜੀਵੰਤ ਰੂਪ ਹਾਂ। ਤਾਂ ਭਗਤ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਅਚਿੰਤ ਪਿਆਪੇ ਦੇ, ਜਿਨ੍ਹਾਂ ਅੰਦਰ ਭਰੋਸਾ ਉਹ ਚਿੰਤਾ ਮੁਕਤ ਨੇ, ਜਿਨ੍ਹਾਂ ਦੇ ਅੰਦਰ ਨਹੀਂ ਉਹ ਚਿੰਤਾਗ੍ਰਸਤ ਹਨ। ਤੇ ਆਖਦੇ ਹਨ ਨਾਨਕ ਸੋ ਸਾ ਲਾਹੀ ਹੈ, ਜੋ ਸਭਨਾ ਸਾਰ ਕਰੇ। ਅਸਲ 'ਚ ਉਹਦੀ ਕਰੋ ਕਿ ਚਿੰਤਾ ਕਰਨ ਜਾਂ ਚਿੰਤਾ ਛੱਡਣ ਦੇ ਮੁਕਾਮ 'ਚ ਨਾ ਭਟਕੋ। ਅਸਲ ਦੇ ਵਿੱਚ ਜਿਹੜਾ ਇਸ ਸਾਰੇ ਜਗਤ ਦੀ ਸਾਰ ਪ੍ਰਤਪਾਲਨਾ ਕਰ ਰਿਹਾ, ਉਹਦੀ ਸਿਫਤ ਸਲਾਹ ਦੇ ਵਿੱਚ ਜੁੜੋ। ਜਦੋਂ ਉਹਦੀ ਨਜ਼ਰ ਦਾ ਪਾਤਰ ਬਣ ਜਾਂਦਾ ਹੈ ਅਤੇ ਜਿਹੜੇ ਉਹਦੇ ਉਪ ਹੋ ਜਾਂਦੇ ਹਨ, ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ, ਕਿ ਜਿਹੜੇ ਗੁਰੂ ਨਾਨਕ ਸਰੂਪ ਹੋ ਕੇ ਜੁੜ ਜਾਂਦੇ ਨੇ ਉਹਦੀ ਯਾਦ ਨਾਲ, ਉਹਦੀਆਂ ਚਿੰਤਾਵਾਂ ਸਾਰੇ ਸੋਗ ਰੋਗ ਜਿਹੜੇ ਹਨ ਮੁੱਕ ਜਾਂਦੇ ਨੇ। ਇਸ ਕਰਕੇ ਚਿੰਤਾ ਦਾ ਇੱਕ ਹੋਰ ਵੀ ਕਾਰਨ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਲੋਕ ਸਾਨੂੰ ਸਾਰਿਆਂ ਨੂੰ ਯਾਦ ਹੈ, ਜੋ ਅਨਹੋਨੀ ਹੋਏ, ਕਿ ਉਸ ਗੱਲ ਦੀ ਚਿੰਤਾ ਕਰੋ ਜੋ ਅਨਹੋਨੀ ਹੈ, ਵੀ ਜਿਹੜਾ ਨਹੀਂ ਹੋਈ ਅੱਜ ਤੱਕ। ਜਿਵੇਂ ਬੰਦੇ ਦਾ ਜਨਮ ਹੋਇਆ ਤੇ ਮ੍ਰਿਤੂ ਅਵੱਛ ਹੈ। ਜੇ ਅੱਜ ਉਹਦੇ ਕੋਲੋਂ ਸੁੱਖ ਹੈ ਤੇ ਇਹ ਸੁੱਖ ਕੱਲ੍ਹ ਨੂੰ ਦੁੱਖ ਵੀ ਬਣੇਗਾ। ਜੇ ਅੱਜ ਇਹ ਭੋਗਾਂ ਵਿੱਚ ਹੈ ਤੇ ਭੋਗ ਰੋਗ ਵੀ ਬਣੇਗਾ, ਫਿਰ ਚਿੰਤਾ ਕਿਸ ਗੱਲ ਦੀ ਹੈ? ਤਾਂ ਕਰਕੇ ਕੁਝ ਅਣਹੋਣਾ ਤਾਂ ਦੱਸੋ, ਸਭ ਕੁਝ ਹੋਣ ਵਾਲਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੇ ਸਭਨਾ ਸਾਰ ਕਰੇ, ਜਿਹੜਾ ਸਾਰਿਆਂ ਜੀਵਾਂ ਨੂੰ ਸੰਭਾਲਦਾ ਹੈ, ਉਹਦੀ ਸਾਰ ਕਰਨੀ, ਉਹਦੀ ਸਿਫਤ ਸਲਾਹ ਨੂੰ ਆਪਣੇ ਅੰਦਰ ਵਸਾਉਣਾ। ਇਸ ਕਰਕੇ ਤਾਂ ਕਰਕੇ ਬਾਣੀ ਵਿੱਚ ਵਾਕ ਆਉਂਦਾ ਨਾ, ਤੂੰ ਮਨ ਵਸਿਆ ਲੱਗੈ ਨਾ ਦੁੱਖਾ। ਜਦੋਂ ਪ੍ਰਭੂ ਦੀ ਹੋਂਦ ਨਹੀਂ ਮਨ 'ਚ ਵਸੀ ਹੁੰਦੀ, ਉਹਦਾ ਪ੍ਰਤਪਾਲਕ ਅਹਿਸਾਸ ਨਹੀਂ ਹੁੰਦਾ, ਉਦੋਂ ਆਪਣੀ ਹਸਤੀ ਦੇ ਤਹਿਤ ਬੰਦਾ ਭਰਮਦਾ ਅਤੇ ਆਪਣੇ ਛੋਟੇਪਣ ਨੂੰ ਜਨਮ ਦਿੰਦਾ ਹੈ। ਇਸੇ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਮਹੱਲਾ ਪੰਜਵਾਂ। ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ। ਇਸੇ ਸ਼ਲੋਕ ਦੇ ਨਾਲ ਸੰਬੰਧਿਤ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਚਿੰਤਾ ਕਿਸ ਕਰਕੇ ਪੈਦਾ ਹੋਈ? ਰਾਮ ਨਾ ਚੇਤਿਓ, ਜਿਹੜਾ ਸਿਰਜਣਹਾਰ ਸੀ ਉਸ ਨੂੰ ਚੇਤਾ ਨਹੀਂ ਕੀਤਾ। ਦੁਨਿਆਵੀ ਕਿਸਮ ਦੇ ਲਾਲਚ ਕਰਦਾ ਰਿਹਾ, ਲਾਲਚਾਂ ਕਰਕੇ ਚਿੰਤਾ ਬਣਦੀ ਰਹੀ। ਕਹਿੰਦੇ ਪਾਪ ਕਰੰਤਾ ਮਰ ਗਏ ਔਧ ਪੁਨੀ ਖਿਨ ਮਾਹੇ। ਇਸ ਲਾਲਚ ਭਰੀ ਜੀਵਨ ਦੀ ਕਾਰ ਦੇ ਵਿੱਚ ਪਾਪ ਕਰਦਾ ਰਿਹਾ, ਚਿੰਤਾਗ੍ਰਸਤ ਕਰਕੇ ਵੀ ਪਾਪ ਕਰਦਾ। ਹੁਣ ਉਦਾਹਰਨ ਦੇ ਤੌਰ 'ਤੇ ਚਿੰਤਾ ਵੀ ਪਾਪ ਨੂੰ ਕਿਵੇਂ ਜਨਮ ਦਿੰਦੀ ਹੈ? ਪਰਿਵਾਰ ਦੀਆਂ ਲੋੜਾਂ ਜਿਹੜੀਆਂ ਹਨ ਉਹ ਤ੍ਰਿਸ਼ਨਾ ਦੇ ਤਹਿਤ ਉਹਦੇ ਵਿੱਚ ਲਿਪਤ ਹੋ ਗਈਆਂ ਨੇ। ਪਰਿਵਾਰ ਦੀਆਂ ਇਸ ਕਰਕੇ ਅੱਜ ਦੇ ਸਮੇਂ 'ਚ ਪਛਾਣ ਕਰ ਲੈਣੀ ਚਾਹੀਦੀ ਹੈ, ਜਿਹੜੇ ਬੰਦੇ ਆਪਣੇ ਪਰਿਵਾਰਕ ਤਣਾਅ 'ਚੋਂ ਗੁਜ਼ਰਦੇ ਨੇ। ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਕਰਨੀ ਸਾਡੀ ਜ਼ਿੰਮੇਵਾਰੀ ਹੈ, ਕਿਰਤ ਦੇ ਨੁਕਤੇ ਤੋਂ, ਆਪਣੀ ਨੌਕਰੀ ਦੇ ਨੁਕਤੇ ਤੋਂ, ਹੋਰ ਨੁਕਤੇ ਤੋਂ। ਪਰ ਕਦੇ ਇਹ ਜਾਣ ਲੈਣਾ ਕਿ ਪਰਿਵਾਰ ਦੀਆਂ ਇੱਛਾਵਾਂ ਜਾਂ ਜਿਹੜੀਆਂ ਲੋੜਾਂ ਨੇ ਉਹ ਕਿਤੇ ਤ੍ਰਿਸ਼ਨਾ ਦੇ ਵਿੱਚ ਤਾਂ ਨਹੀਂ ਫਸੀਆਂ ਹੋਈਆਂ। ਬਹੁਤਿਆਂ ਦੀ ਇੰਝ ਹੀ ਫਸੀਆਂ ਹੋਈਆਂ ਨੇ, ਅਤੇ ਉਹ ਸਾਰੀ ਜ਼ਿੰਦਗੀ ਉਸ ਤ੍ਰਿਸ਼ਨਾ ਨੂੰ ਪੂਰਤੀਆਂ ਕਰਦੇ ਰਹਿੰਦੇ ਨੇ ਅਤੇ ਫਿਰ ਵੀ ਅਧੂਰੇ ਰਹਿੰਦੇ ਹਨ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਚਿੰਤਾ ਪਾਪ ਕਿਵੇਂ ਪੈਦਾ ਕਰਦੀ ਹੈ। ਚਿੰਤਾ ਵਿੱਚ ਗ੍ਰਸਤ ਹੈ, ਹੁਣ ਆਪਣੀ ਕਿਰਤ ਦੇ ਨਾਲ ਪਰਿਵਾਰ ਦੀਆਂ ਤ੍ਰਿਸ਼ਨਾ ਵਾਲੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਇਸ ਗੱਲ ਦੀ ਮਨ 'ਤੇ ਚਿੰਤਾ ਆ ਗਈ ਕਿ ਪਤਨੀ ਰੋਜ਼ ਮਿਹਣਾ ਦਿੰਦੀ ਹੈ, ਮੇਰਾ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਰੋਜ਼ ਇਸ ਗੱਲ ਨੂੰ ਸੁਣਨ ਕਰਕੇ ਯਤਨ ਕਰਨ ਦੇ ਬਾਵਜੂਦ ਚਿੰਤਾ ਅੰਦਰ ਦਖਲ ਕਰ ਗਈ। ਆਪਣੇ ਯਤਨ ਦੇ ਨਾਲ ਉਸ ਤ੍ਰਿਸ਼ਨਾ ਵਾਲੀ ਲੋੜ ਨੂੰ ਪੂਰਾ ਨਾ ਕਰ ਸਕਿਆ
ਫਿਰ ਪਾਪ ਦਾ ਸਹਾਰਾ ਲਿਆ, ਨਜਾਇਜ਼ ਕੀਤਾ। ਸਰਕਾਰੀ ਨੌਕਰੀ ਦੇ ਪੱਧਰ 'ਤੇ ਬੰਦੇ ਨਜਾਇਜ਼ ਕਿਉਂ ਕਰਦੇ ਨੇ? ਉਂਝ ਦਫ਼ਤਰ ਦੇ ਵਿੱਚ ਬੈਠੇ ਅਫਸਰ ਨੇ, ਪਰ ਆਪਣੇ ਘਰ ਦੇ ਵਿੱਚ ਪਰਿਵਾਰ ਦੀਆਂ ਤ੍ਰਿਸ਼ਨਾ ਵਾਲੀਆਂ ਲੋੜਾਂ ਦੇ ਗੁਲਾਮ ਨੇ। ਉਸ ਆਪਣੀ ਚਿੰਤਾ ਕਰਕੇ ਕਿ ਆਪਣੀ ਉਸ ਦੀ ਤ੍ਰਿਸ਼ਨਾ ਵਾਲੀ ਲੋੜ ਕਿਵੇਂ ਪੂਰੀ ਕਰ ਲਵਾਂ, ਪਾਪ ਕਰਮ ਕੀਤਾ, ਰਿਸ਼ਵਤ, ਹੋਰ ਬੜਾ ਕੁਝ ਗਲਤ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਪਾਪ ਕਰੰਤਾ ਮਰ ਗਿਆ। ਲਾਲਚ ਕਰਕੇ ਚਿੰਤਾ ਪੈਦਾ ਹੋਈ। ਲਾਲਚ ਸੀ, ਲਾਲਚ ਕਰਕੇ ਲਾਲਚ ਪੂਰਾ ਨਹੀਂ ਹੋਇਆ, ਚਿੰਤਾ ਨੇ ਰੂਪ ਧਾਰਨ ਕਰ ਲਿਆ ਅਤੇ ਚਿੰਤਾ ਨੇ ਪਾਪ ਕਰਮ ਕਰਨ 'ਤੇ ਮਜਬੂਰ ਕੀਤਾ। ਅਤੇ ਕਹਿੰਦੇ ਇਸੇ ਪਾਪ ਕਰਮ ਦੀ ਸਾਰੀ ਜ਼ਿੰਦਗੀ 'ਚ ਕਾਰ ਕਰਦਿਆਂ ਮਰ ਗਿਆ ਅਤੇ ਬਾਅਦ ਦੇ ਵਿੱਚ ਲੱਗਿਆ ਔਧ ਪੁਨੀ ਖਿਨ ਮਾਹੇ। ਬਾਅਦ 'ਚ ਮਹਿਸੂਸ ਹੋਇਆ ਕਿ ਜ਼ਿੰਦਗੀ ਤਾਂ ਇੱਕ ਅੱਖ ਦੇ ਝਮੱਕੇ ਵਿੱਚ ਬੀਤ ਗਈ। ਬੀਤਣ ਦਾ ਮਤਲਬ ਹੈ ਕਿ ਜੀਵਨ ਦੀ ਸਮਝ ਹੀ ਨਹੀਂ ਆਈ। ਇੱਕ ਛੋਟੇ ਜਿਹੇ ਦ੍ਰਿਸ਼ਟੀਕੋਣਾਂ ਦੇ ਵਿੱਚ ਲਿਜਾ ਕੇ ਆਪਣੇ ਜੀਵਨ ਨੂੰ ਜਿਉਂਦੇ ਰਹੇ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਰਾਮ ਨਾ ਚੇਤਿਓ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਬਾਣੀ 'ਚ ਵਾਕ ਆਖਿਆ ਹਨ, ਚਿੰਤ ਅਚਿੰਤ। ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਜੋ ਲਓ ਹਉ ਕਿਛ ਸੋਚੋ ਚਿਤਵੋ ਤਉ ਲਓ ਦੁੱਖ ਨ ਪਰੇ। ਆਪਣੀ ਸੋਚ ਦਾ ਮਰਕਜ਼ ਅਕਾਲ ਪੁਰਖ ਨੂੰ ਬਣਾਓ ਅਤੇ ਉਹਦੇ ਮਿਹਰਾਮਤ ਸਰੂਪ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਓ। ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਭਾਵ ਪੈਦਾ ਹੋਏਗਾ, ਫਿਰ ਪਾਪ ਕਰੰਤਾ ਮਰ ਗਿਆ। ਇਸ ਕਰਕੇ ਆਪਣੇ ਜੀਵਨ ਦੇ ਜਿੰਨੇ ਚਿੰਤਾ ਦੇ ਕਾਰਨ ਹਨ, ਉਹਦਾ ਪਹਿਲਾਂ ਮੂਲ ਸੋਚਣਾ ਚਾਹੀਦਾ। ਉਹਦਾ ਮੂਲ ਇਹ ਹੈ ਕਿ ਜਿੰਨੇ ਸਾਜਿਆ ਉਹਦਾ ਖਿਆਲ ਹੀ ਨਹੀਂ ਹੈ ਕਿ ਉਹ ਸਾਨੂੰ ਕਿੱਥੇ ਕਿੱਥੇ ਪ੍ਰਤਪਾਲਣਾ ਕਰ ਸਕਦਾ ਹੈ, ਕਿਵੇਂ ਕਿਵੇਂ ਸੰਭਾਲ ਕਰ ਸਕਦੇ, ਜੋ ਸਾਨੂੰ ਹਰੇਕ ਦਮ ਦੇ ਨਾਲ ਸੰਭਾਲ ਰਿਹਾ ਹੈ ਅਤੇ ਹਰੇਕ ਦੇ ਦਮ ਨਾਲ ਸਾਡੀ ਚਿੰਤਾ ਵੀ ਕੱਟਣ ਦੇ ਯੋਗ ਹੈ। ਬਸ ਯਤਨ ਇਤਨਾ ਹੈ ਕਿ ਸਾਡਾ ਪੂਰਨ ਭਰੋਸਾ, ਦ੍ਰਿੜ ਅਕੀਦਾ, ਅਟਲ ਵਿਸ਼ਵਾਸ ਬਣਿਆ ਰਹੇ। ਇਸ ਕਰਕੇ ਗੁਰੂ ਸਾਹਿਬ ਜੀ ਹੁਣ ਉਦਾਹਰਨ ਦੇ ਤੌਰ 'ਤੇ ਸਵੇਰੇ ਇੱਕ ਪੰਛੀ ਆਪਣੇ ਆਲਣੇ 'ਚ ਪਰਵਾਜ਼ ਆਰੰਭ ਕਰਦਾ ਹੈ। ਉਹ ਇਸ ਗੱਲ ਦੀ ਚਿੰਤਾ ਥੋੜ੍ਹਾ ਕਰਦਾ ਕਿ ਕਿੰਨੀ ਦੂਰ ਉੱਡ ਕੇ ਜਾਵਾਂਗਾ, ਦਾਣਾ ਪ੍ਰਾਪਤ ਹੋਏਗਾ। ਬਸ ਉਹ ਆਪਣਾ ਆਲਣਾ ਛੱਡਦਾ ਹੈ। ਮਨੁੱਖ ਨੂੰ ਰਿਜ਼ਕ ਦੇ ਸੰਬੰਧ ਵਿੱਚ, ਜੀਵਨ ਦੀਆਂ ਹੋਰ ਇੱਛਾਵਾਂ ਦੇ ਸੰਬੰਧ ਵਿੱਚ ਕੇਵਲ ਉੱਦਮ ਕਰਨਾ ਚਾਹੀਦਾ। ਕਿਉਂ? ਕਿਉਂਕਿ ਸਰੀਰ ਕਰਕੇ ਮਿਲਿਆ ਹੋਇਆ, ਪਰ ਉਸ ਉੱਦਮ ਦਾ ਸਿਲਾ ਕੀ ਹੋਏਗਾ, ਇਸ ਗੱਲ ਦਾ ਕਦੀ ਯਤਨ ਜਿਹੜਾ ਸੋਚਣ ਦਾ ਜਾਂ ਉਸ ਨੂੰ ਬਹੁਤ ਗਹਿਰਾ ਸਮਝਣ ਦਾ ਯਤਨ ਨਹੀਂ ਕਰਨਾ ਚਾਹੀਦਾ। ਕਿਉਂਕਿ ਪ੍ਰਭੂ ਨੇ ਅਚਰਜ ਰੱਖਿਆ ਹੁੰਦਾ ਅਤੇ ਜਦੋਂ ਅਸੀਂ ਆਪਣੀ ਮੈਂ ਤਹਿਤ ਸੋਚਣ ਲੱਗ ਪੈਂਦੇ ਹਾਂ, ਫਿਰ ਉਹ ਅਚਰਜ ਗਾਇਬ ਹੋ ਜਾਂਦਾ ਹੈ ਅਤੇ ਸਾਡਾ ਭਾਗ ਛੋਟਾ ਰਹਿ ਜਾਂਦਾ। ਇਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ 3 ਸਲੋਕਾਂ ਦੁਆਰਾ। ਇੱਕ ਸਲੋਕ ਭਗਤ ਕਬੀਰ ਸਾਹਿਬ ਜੀ ਦਾ ਅਰਜ ਸੀ, ਜੋ ਮੈਂ ਚਿਤਵਾਓ ਨਾ ਕਰੈ। ਉਸ ਸਲੋਕ ਦੇ ਭਾਵ ਨੂੰ ਸਪਸ਼ਟ ਕਰਨ ਦੇ ਲਈ ਗੁਰੂ ਅਮਰਦਾਸ ਸਾਹਿਬ ਜੀ ਦਾ ਸਲੋਕ ਸੀ, ਚਿੰਤਾ ਪੀ ਆਪ ਕਰਾਏ ਸੀ ਅਚਿੰਤ ਪਿਆਪੇ ਦੇ। ਅਤੇ ਅਚਿੰਤਾ ਦਾ ਕਾਰਨ ਕੀ ਸੀ? ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਕਿ ਰਾਮ ਨਾ ਚੇਤਿਓ। ਦੂਜਾ ਲਾਲਚ ਦੇ ਵਿੱਚ ਭਰਮਦਾ ਰਿਹਾ, ਇਸ ਕਰਕੇ ਚਿੰਤਾ ਉਪਜੀ। ਸਤਿਗੁਰੂ ਕਿਰਪਾ ਕਰਨ, ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਸਤਿਗੁਰੂ ਮੂਰਤ ਦੇ ਅਟਲ ਵਿਸ਼ਵਾਸ ਨੂੰ ਹਿਰਦੇ ਅੰਦਰ ਜਿਉਂ ਕਿ ਸਤਿਗੁਰੂ ਦੀ ਸਿਫਤ ਸਲਾਹ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਅਧਿਆਤਮਿਕ ਅਰਥਾਂ ਦੇ ਵਿੱਚ ਸਫਲ ਕਰਨ ਦਾ ਯਤਨ ਕਰੀਏ ਜੀ। ਆਪ ਜੀ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।